सत श्री अकाल जी। द खालस टीवी देखने वाले सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 3 जून है ते दिन वीरवार है। अज सचखंड श्री दरबार साहिब अते श्री अकाल तख्त साहिब उत्ते होए फौजी हमले का तीसरा दिन है। अज दे दिन ही भारतीय फौज अते ਸਿੰਘਾਂ ਦੇ ਵਿਚਾਲੇ लगातार ते गहगच लड़ाई है जिहड़ी ਉਹ शुरू हुई सी। सिख कौम इन्हां दिनां नूं घल्लूकारा दिवस दे वजों मनाउंदी है। 6 जून नूं श्री अकाल तख्त साहिब विखे वड्डा समागम हुंदा है, अरदास कीती जांदी है। इस मौके वड्डी गिणती दे विच संगत है जिहड़ी ਉਹ पहुंचदी है। खास करके ਉਹ परिवार पहुंचदे ने जिन्हां दे जिहड़े परिवारक मैंबर उस वक्त शहीद हो गए सी। बीबी जगीर कौर ने कल मीटिंग दौरान यह फैसला लिया है कि ਜਿਹੜੇ 1984 ਦੇ ਹਮਲੇ ਵਿੱਚ ਪਾਵਨ ਸਰੂਪ ਨੁਕਸਾਨੇ ਗਏ ਸੀ ਉਹ ਸੰਗਤ ਦੇ ਦਰਸ਼ਨ ਦੇ ਲਈ ਹੁਣ ਰੱਖੇ ਜਾਣਗੇ। ਜੂਨ 1984 ਦੇ ਵਿੱਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਫੌਜ ਨੇ ਗੋਲੀਆਂ ਮਾਰੀਆਂ ਸੀ। ਉਸ ਵਕਤ सोने ਦੇ ਪੱਤਰੇ ਅਤੇ ਪਾਵਨ ਸਰੂਪ ਜਿਹੜੇ ਨੁਕਸਾਨੇ ਗਏ ਸੀ ਉਹਨਾਂ ਨੂੰ ਸੰਗਤ ਦਰਸ਼ਨਾਂ ਦੇ ਲਈ 3 ਤੋਂ 5 ਜੂਨ ਤੱਕ ਰੱਖਿਆ ਜਾਏਗਾ। ਪਾਵਨ ਸਰੂਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਰੱਖਿਆ ਜਾਏਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਘੱਲੂਘਾਰੇ ਨਾਲ ਜੁੜੀਆਂ ਨਿਸ਼ਾਨੀਆਂ ਨੂੰ ਸੰਗਤ ਦੇ ਦਰਸ਼ਨਾਂ ਲਈ ਰੱਖੇ ਜਾਣ ਦਾ ਮਕਸਦ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਇਸ ਜ਼ੁਲਮ ਨੂੰ ਯਾਦ ਰੱਖ ਸਕਣ। ਜਗੀਰ ਕੌਰ ਨੇ ਕਿਹਾ ਕਿ ਜੂਨ 84 ਦੇ ਫੌਜੀ ਹਮਲੇ ਵਕਤ ਸ਼ਹੀਦ ਹੋਏ ਵਿਅਕਤੀਆਂ ਦੇ ਵੇਰਵੇ ਇਕੱਠੇ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਨੇ। ਫੌਜ ਦੀਆਂ ਗੋਲੀਆਂ ਦੀ ਗਵਾਹ ਜਿਹੜੀ ਖਜ਼ਾਨਾ ਡਿਊਟੀ ਹੈ ਉਸ ਨੂੰ ਸੰਭਾਲਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਏਗਾ। 1984 ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਹੋਇਆ ਸੀ। ਪਾਵਨ ਸਰੂਪ ਦੇ ਵਿੱਚ ਗੋਲੀ ਲੱਗਣ ਕਾਰਨ ਸਰੂਪ ਦੇ 90 ਅੰਗ ਪ੍ਰਭਾਵਿਤ ਹੋਏ ਸੀ। ਇਸੇ ਦਰਮਿਆਨ ਸਿੱਖ ਕੌਮ ਇਹ ਵੀ ਕਹਿੰਦੀ ਹੈ ਕਿ SGPC ਨੂੰ ਸ਼ਹੀਦੀ ਗੈਲਰੀ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸ਼ਹੀਦੀ ਗੈਲਰੀ ਦਾ ਕੰਮ 5 ਸਾਲ ਬਾਅਦ ਵੀ ਅਧੂਰਾ ਪਿਆ ਹੈ। SGPC ਨੇ 2017 ਦੇ ਵਿੱਚ ਸ਼ਹੀਦੀ ਗੈਲਰੀ ਬਣਾਉਣ ਦਾ ਫੈਸਲਾ ਲਿਆ ਸੀ। ਸੇਵਾ ਦਮਦਮੀ ਟਕਸਾਲ ਨੂੰ ਸੌਂਪੀ ਸੀ। ਗੈਲਰੀ ਸ਼੍ਰੀ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਬਣਾਈ ਜਾਣੀ ਹੈ, ਪਰ ਹਾਲੇ ਤੱਕ ਸ਼ਹੀਦੀ ਗੈਲਰੀ ਦਾ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ। ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦੇ ਵਿਚਾਲੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚਣਗੇ। ਅੱਜ ਸ਼ਾਮ ਨੂੰ ਜਾਂ ਫਿਰ ਕੱਲ ਸਵੇਰੇ ਉਹਨਾਂ ਦੀ ਕਮੇਟੀ ਦੇ ਨਾਲ ਬੈਠਕ ਹੋਏਗੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਪੱਖ ਰੱਖਣਗੇ। ਸੂਤਰ ਦੱਸਦੇ ਨੇ ਕਿ ਜ਼ਿਆਦਾ ਵਿਧਾਇਕ ਨੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੀ ਭੁਗਤੇ ਨੇ। ਹੋ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਕਿਸੇ ਹੋਰ ਲੀਡਰ ਦੇ ਚਿਹਰੇ ਦੇ ਨਾਲ ਇਹ ਚੋਣ ਲੜੇ। ਕਿਸਾਨਾਂ ਨੇ ਮੋਦੀ ਸਰਕਾਰ ਦਾ ਗਰੂਰ ਤੋੜਨ ਦੇ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦੇ ਜਿਹੜੇ ਟੈਂਟ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਜਿੱਥੇ ਕਿਤੇ ਵੀ ਪੁੱਟੇ ਗਏ ਸੀ ਉਹ ਹੁਣ ਮੁੜ ਤੋਂ ਖੜੇ ਕਰ ਦਿੱਤੇ ਗਏ ਨੇ। ਸਾਰੇ ਪ੍ਰਬੰਧ ਮੁੜ ਤੋਂ ਮੁਕੰਮਲ ਕਰ ਲਏ ਗਏ ਨੇ। ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਪੰਜਾਬ ਤੋਂ 5 ਵੱਡੇ ਕਾਫਲੇ ਦਿੱਲੀ ਪਹੁੰਚ ਗਏ ਨੇ। ਹਰਿਆਣਾ ਦੇ ਕਿਸਾਨਾਂ ਦੀ ਡਟਵੀਂ ਹਮਾਇਤ ਦਾ ਵੀ ਐਲਾਨ ਕੀਤਾ ਗਿਆ ਹੈ। ਹਰਿਆਣਾ ਦੇ ਟੋਹਾਣਾ ਦੇ ਵਿੱਚ ਦੇਵਿੰਦਰ ਬੱਬਲੀ ਵਿਧਾਇਕ ਦੇ ਨਾਲ ਜੋ ਟਕਰਾਅ ਕਿਸਾਨਾਂ ਦਾ ਹੋਇਆ ਉਸ ਦੇ ਵਿੱਚ ਕਿਸਾਨਾਂ ਖਿਲਾਫ ਪਰਚੇ ਦਰਜ ਹੋਏ, ਲਾਠੀਚਾਰਜ ਹੋਇਆ। ਕੱਲ ਫਿਰ ਕਿਸਾਨ ਇਕੱਠੇ ਹੋਏ। ਗੁਰਨਾਮ ਸਿੰਘ ਚੜੂਨੀ ਨੇ ਅਲਟੀਮੇਟਮ ਦੇ ਦਿੱਤਾ ਹੈ ਕਿ ਜੇ 7 ਜੂਨ ਤੱਕ ਇਹ ਪਰਚੇ ਨੇ ਜਿਹੜੇ ਉਹ ਰੱਦ ਨਾ ਕੀਤੇ ਗਏ ਉਸ ਤੋਂ ਬਾਅਦ 11-12 ਜੂਨ ਨੂੰ ਹਰਿਆਣਾ ਦੇ ਵਿੱਚ ਵੱਡਾ ਐਕਸ਼ਨ ਕੀਤਾ ਜਾਏਗਾ, ਪਰ 7 ਜੂਨ ਨੂੰ ਹਰਿਆਣਾ ਦੇ ਸਾਰੇ ਥਾਣੇ ਘੇਰੇ ਜਾਣਗੇ। ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਕੱਲ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਏ ਜਾਣ ਤੇ ਮੁਹਰ ਲਾ ਦਿੱਤੀ ਗਈ ਹੈ। ਨਵੀਆਂ ਅਸਾਮੀਆਂ ਸਿਰਜਣ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵੇਂ ਜ਼ਿਲ੍ਹੇ ਦੀ ਕਮਾਨ ਮਹਿਲਾ ਅਧਿਕਾਰੀਆਂ ਦੇ ਹੱਥ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ IAS ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੂੰ ਮਲੇਰਕੋਟਲਾ ਦੀ DC ਨਿਯੁਕਤ ਕੀਤਾ ਹੈ ਅਤੇ ਕੰਵਰਦੀਪ ਕੌਰ ਨੂੰ SSP ਨਿਯੁਕਤ ਕੀਤਾ ਹੈ। ਹਰਿਆਣਾ ਦੇ ਕਿਸਾਨਾਂ ਨੇ ਅਲਟੀਮੇਟਮ ਦੇ ਦਿੱਤਾ ਹੈ ਤਾਂ ਗ੍ਰਹਿ ਮੰਤਰੀ ਅਨਿਲ ਵਿਜ ਕਹਿ ਰਹੇ ਨੇ ਕਿ ਹਰਿਆਣਾ ਵਿੱਚ ਅਸੀਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕਹਿੰਦੇ ਅੰਦੋਲਨ ਕਰਨਾ ਕਿਸਾਨਾਂ ਦਾ ਅਧਿਕਾਰ ਹੈ ਪਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਨਹੀਂ ਦੇਵਾਂਗੇ। ਪਰ ਕਿਸਾਨ ਕਹਿੰਦੇ ਨੇ ਕਿ ਉਹਨਾਂ ਨੇ ਤਾਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਸੀ। ਵਿਧਾਇਕ ਨੇ ਉਹਨਾਂ ਖਿਲਾਫ ਬੋਲ ਕਬੋਲ ਬੋਲੇ ਸੀ ਜਿਸ ਦੀ ਵਿਧਾਇਕ ਨੂੰ ਮਾਫੀ ਮੰਗਣੀ ਹੀ ਪਏਗੀ। ਬਠਿੰਡਾ ਡੱਬ ਵਾਲੀ ਰੋਡ ਤੇ ਹਾਦਸੇ ਵਿੱਚ 3 ਨੌਜਵਾਨ ਮਾਰੇ ਗਏ ਨੇ। ਅਣਪਛਾਤੇ ਵਾਹਨ ਨੇ ਇਹਨਾਂ 3 ਨੌਜਵਾਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਮੋਦੀ ਸਰਕਾਰ ਨੇ ਸਾਬਕਾ ਸਰਕਾਰੀ ਅਫਸਰਾਂ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ। ਮਨਜ਼ੂਰੀ ਬਗੈਰ ਹੁਣ ਉਹ ਕੋਈ ਵੀ ਆਪਣੀ ਕਿਤਾਬ ਜਾਂ ਫਿਰ ਆਰਟੀਕਲ ਪ੍ਰਕਾਸ਼ਿਤ ਨਹੀਂ ਕਰ ਸਕਣਗੇ। ਰਿਟਾਇਰਮੈਂਟ ਤੋਂ ਬਾਅਦ IB, CBI, ਇਨਕਮ ਟੈਕਸ, CRPF ਸਮੇਤ ਸੁਰੱਖਿਆ ਖੇਤਰ ਨਾਲ ਜੁੜੇ ਹੋਰ ਵਿਭਾਗਾਂ ਨੂੰ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਭੇਜ ਦਿੱਤਾ ਹੈ। ਯਾਨੀ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਲਿਖਣ ਦਾ ਅਧਿਕਾਰ ਨਹੀਂ ਹੈ। ਛਤਰਸਾਲ ਸਟੇਡੀਅਮ ਦੇ ਵਿੱਚ ਨੌਜਵਾਨ ਪਹਿਲਵਾਨ ਦੇ ਕਤਲ ਮਾਮਲੇ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਨੂੰ 9 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦਿੱਲੀ ਪੁਲਿਸ 3 ਦਿਨ ਦਾ ਹੋਰ ਰਿਮਾਂਡ ਮੰਗ ਰਹੀ ਸੀ
ਪਰ ਅਦਾਲਤ ਨੇ ਨਹੀਂ ਦਿੱਤਾ। ਗੂਗਲ ਨੇ ਕਿਹਾ ਕਿ ਸਾਡੇ ਤੇ ਭਾਰਤ ਸਰਕਾਰ ਦੇ ਨਵੇਂ ਆਈਟੀ ਨਿਯਮ ਲਾਗੂ ਨਹੀਂ ਹੁੰਦੇ। ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਵੈਕਸੀਨੇਸ਼ਨ ਨੀਤੀ ਦੇ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ। 2 ਹਫ਼ਤਿਆਂ ਦੇ ਵਿੱਚ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 30 ਜੂਨ ਨੂੰ ਹੋਏਗੀ। ਟੀਕਿਆਂ ਦੀ ਖਰੀਦ ਦੇ ਪੂਰੇ ਵੇਰਵੇ ਮੰਗੇ ਨੇ। ਕਾਲੀ ਫੰਗਸ ਦੇ ਇਲਾਜ ਦੀ ਦਵਾਈ ਉਪਲਬਧ ਕਰਾਉਣ ਬਾਰੇ ਵੀ ਜਾਣਕਾਰੀ ਮੰਗੀ ਹੈ। ਸੂਬਿਆਂ ਤੇ ਯੂਟੀਜ਼ ਨੂੰ ਮੁਫਤ ਵੈਕਸੀਨੇਸ਼ਨ ਬਾਰੇ ਸਟੈਂਡ ਸਪਸ਼ਟ ਕਰਨ ਦੇ ਲਈ ਕਿਹਾ ਹੈ। ਗੁਰਦਾਸਪੁਰ ਦੇ ਵਿੱਚ ਲੁਟੇਰਿਆਂ ਨੇ ਸੀਬੀਆਈ ਵਾਲੇ ਬਣ ਕੇ ਪਰਿਵਾਰ ਨੂੰ ਬੰਦੀ ਬਣਾ ਲਿਆ। 35 ਤੋਲੇ ਸੋਨਾ, 4 ਲੱਖ ਦੀ ਨਗਦੀ ਲੁੱਟ ਲਈ। 7 ਹਥਿਆਰਬੰਦ ਲੁਟੇਰਿਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਇਹਨਾਂ ਕੋਲੇ 2 ਪਿਸਤੌਲ ਸਨ ਅਤੇ ਜਾਂਦੇ ਸਮੇਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕਮਰਿਆਂ 'ਚ ਬੰਦ ਕਰਕੇ ਉਹਨਾਂ ਦੇ 7 ਮੋਬਾਈਲ ਫੋਨ ਵੀ ਨਾਲ ਲੈ ਗਏ। ਕਸਬਾ ਦੀਨਾਨਗਰ ਨੇੜੇ ਪਿੰਡ ਡੀਡਾ ਸਾਂਸੀਆਂ ਦੇ ਵਿੱਚ ਕੱਲ ਤੜਕੇ ਇਹ ਘਟਨਾ ਵਾਪਰੀ ਹੈ। ਲੁੱਟ ਦੀ ਵੱਡੀ ਘਟਨਾ। ਪਰਿਵਾਰ ਨੇ ਦੱਸਿਆ ਕਿ ਕਰੀਬੀ ਰਿਸ਼ਤੇਦਾਰ ਦੇ ਵਿਆਹ ਕਾਰਨ ਲੰਘੀ ਰਾਤ ਪ੍ਰਾਹੁਣਿਆਂ ਸਮੇਤ ਘਰ ਅੰਦਰ ਕੁੱਲ 9 ਜੀ ਸੀ। ਸਵੇਰੇ ਕਰੀਬ 4 ਵਜੇ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਅਸੀਂ ਸੀਬੀਆਈ ਵਾਲੇ ਆ, ਚੰਡੀਗੜ੍ਹ ਤੋਂ ਚਿੱਟੇ ਦੇ ਸ਼ੱਕ ਵਜੋਂ ਘਰ ਦੀ ਤਲਾਸ਼ੀ ਲੈਣ ਆਏ ਆ। ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੁਟੇਰਿਆਂ ਨੇ ਘਰ ਅੰਦਰ ਦਾਖਲ ਹੁੰਦਿਆਂ ਹੀ ਹਥਿਆਰ ਦਿਖਾ ਕੇ ਸਾਰੇ ਜੀਆਂ ਨੂੰ ਬੰਦੀ ਬਣਾ ਲਿਆ। ਕਰੀਬ 2 ਘੰਟਿਆਂ ਬਾਅਦ ਘਰ ਵਿੱਚੋਂ 35 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 4 ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਦੀਨਾਨਗਰ ਪੁਲਿਸ ਦੇ ਡੀਐਸਪੀ ਸਮੇਤ ਸਾਰੀ ਪੁਲਿਸ ਹਰਕਤ ਦੇ ਵਿੱਚ ਆ ਗਈ। ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਮੁਲਜ਼ਮ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ, ਜੋ ਫਿਲਹਾਲ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚ ਹੈ। ਹਰਿਆਣਾ ਦੇ ਸਿਰਸਾ ਦੇ ਵਿੱਚ ਕਿਸਾਨਾਂ ਨੇ ਰਿਲਾਇੰਸ ਦਾ ਸ਼ੋਰੂਮ ਬੰਦ ਕਰਵਾ ਦਿੱਤਾ ਹੈ। ਸਰਕਾਰ ਵੱਲੋਂ ਤਾਲਾਬੰਦੀ ਦੇ ਵਿੱਚ ਦਿੱਤੀ ਢਿੱਲ ਤੋਂ ਬਾਅਦ ਜਦੋਂ ਡੱਬ ਵਾਲੀ ਰੋਡ ਤੇ ਸਥਿਤ ਰਿਲਾਇੰਸ ਦੇ ਗਹਿਣਿਆਂ ਦਾ ਸ਼ੋਰੂਮ ਖੁੱਲਣ ਦਾ ਪਤਾ ਕਿਸਾਨਾਂ ਨੂੰ ਲੱਗਿਆ ਤਾਂ ਉਹਨਾਂ ਨੇ ਤੁਰੰਤ ਜਾ ਕੇ ਬੰਦ ਕਰਵਾ ਦਿੱਤਾ। ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੱਧੂ ਦੇ ਹਲਕੇ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਨੇ। 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਅਸ਼ਵਨੀ ਸ਼ੇਖੜੀ ਨੇ ਵੀ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦੇ ਮੁੱਦਿਆਂ ਦਾ ਸਮਰਥਨ ਕੀਤਾ ਹੈ। ਸਮਾਂ ਨਾ ਦੇਣ ਦੇ ਦੋਸ਼ ਲਾਏ ਨੇ। ਮੁਲਾਕਾਤ ਦੇ ਲਈ ਸਮਾਂ ਕਈ ਵਾਰੀ ਮੰਗਿਆ ਸੀ ਪਰ ਕੈਪਟਨ ਨੇ ਨਹੀਂ ਦਿੱਤਾ ਤੇ ਹੁਣ ਉਹਨਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਕੱਲ ਦੀ ਕੈਬਨਿਟ ਮੀਟਿੰਗ ਨੇ ਮੁਲਾਜ਼ਮਾਂ ਦੀਆਂ ਆਸਾਂ ਤੇ ਵੀ ਪਾਣੀ ਫੇਰ ਦਿੱਤਾ ਕਿਉਂਕਿ ਪਹਿਲਾਂ ਚਰਚਾ ਹੋ ਰਹੀ ਸੀ ਕਿ ਇਸ ਬੈਠਕ ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਬਾਰੇ ਫੈਸਲਾ ਲਿਆ ਜਾਵੇਗਾ, ਪਰ ਇਹ ਫੈਸਲਾ ਲਟਕਾ ਦਿੱਤਾ ਗਿਆ ਹੈ ਕਿਉਂਕਿ ਮੀਟਿੰਗ ਦੇ ਵਿੱਚ ਤਾਂ ਇਸ ਦਾ ਏਜੰਡਾ ਹੀ ਨਹੀਂ ਸੀ ਤੇ ਹੁਣ ਮੁਲਾਜ਼ਮਾਂ ਦੀ ਸਰਕਾਰ ਪ੍ਰਤੀ ਬੇਭਰੋਸਗੀ ਹੋਰ ਵੱਧ ਗਈ ਹੈ। ਪੰਜਾਬ ਦੇ ਵਿੱਚ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਿਰੋਧ ਤਿੱਖਾ ਹੋ ਗਿਆ। ਫਰੀडम ਫਾਈਟਰ ਜਥੇਬੰਦੀ ਨੇ ਸਵਾਲ ਚੁੱਕੇ ਨੇ ਕਿ ਆਪਣਿਆਂ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਕਿਹੜਾ ਵਾਅਦਾ ਪੂਰਾ ਕਰ ਰਹੀ ਹੈ ਘਰ ਘਰ ਨੌਕਰੀ ਦੇਣ ਦਾ। ਇਹ ਤਾਂ ਆਪਣੇ ਹੀ ਘਰ ਘਰ ਦੇ ਵਿੱਚ ਨੌਕਰੀ ਦੇ ਰਹੇ ਨੇ। ਵਿਰੋਧੀ ਧਿਰਾਂ ਦੇ ਲੀਡਰ ਨੇ ਜਿਹੜੇ ਉਹ ਵੀ ਖਾਸਾ ਵਿਰੋਧ ਕਰ ਰਹੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਕਰੋਨਾ ਖਿਲਾਫ ਲੜਾਈ ਛੱਡ ਕੇ ਕੁਰਸੀ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਜਦਕਿ ਅਸੀਂ ਲੋਕਾਂ ਦਾ ਪੂਰਾ ਧਿਆਨ ਰੱਖ ਰਹੇ ਹਾਂ। ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਡੇਰਾ ਪ੍ਰੇਮੀਆਂ ਨੂੰ ਮਾਰਨਾ ਚਾਹੁੰਦੇ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਮੋਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ KTF ਦੇ ਮੈਂਬਰ ਕਮਲਜੀਤ ਸਿੰਘ ਤੇ ਲਵਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਸ ਦਾ ਖੁਲਾਸਾ ਕੀਤਾ ਹੈ। ਮੋਗਾ ਪੁਲਿਸ ਹੁਣ ਤੱਕ ਖਾਲਿਸਤਾਨ ਟਾਈਗਰ ਫੋਰਸ ਦੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਤੇ ਅੰਗ ਗਲੀਆਂ ਦੇ ਵਿੱਚ ਖਿਲਾਰ ਕੇ ਬੇਅਦਬੀ ਕਰਨ ਦੇ ਦੋਸ਼ਾਂ ਵਿੱਚ ਘਿਰੇ ਡੇਰਾ ਪ੍ਰੇਮੀਆਂ ਨੂੰ ਮਾਰਨ ਦੀ ਸਾਜ਼ਿਸ਼ ਘੜਨ ਦੇ ਵਿੱਚ ਕੈਨੇਡਾ ਰਹਿੰਦੇ KTF ਦੇ ਮੁਖੀ ਹਰਦੀਪ ਸਿੰਘ ਨਿੱਜਰ ਦੀ ਅਹਿਮ ਭੂਮਿਕਾ ਹੈ। ਇਤਰਾਜ਼ਯੋਗ ਪੋਸਟਰ ਮਾਮਲੇ ਤੇ 2 ਡੇਰਾ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਵੀ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੀ ਖਬਰ ਆਪਾਂ ਤੁਹਾਨੂੰ ਦੱਸਾਂਗੇ। 12ਵੀਂ ਜਮਾਤ ਦੇ ਪੇਪਰ ਰੱਦ ਕਰ ਦਿੱਤੇ ਨੇ CBSE ਬੋਰਡ ਨੇ ਤੇ ICSE ਬੋਰਡ ਨੇ। ਉਸ ਤੋਂ ਬਾਅਦ ਹਿਮਾਚਲ ਬੋਰਡ ਨੇ ਵੀ ਇਹੀ ਫੈਸਲਾ ਲਿਆ ਹੈ ਤੇ ਹੁਣ ਉਡੀਕ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨੂੰ ਅਤੇ ਜਿਹੜੇ ਹਰ ਸੂਬੇ ਦੇ ਵਿਦਿਆਰਥੀ ਜਿਹੜੇ ਕਿ ਸੂਬੇ ਦੇ ਬੋਰਡ ਦੇ ਅਧੀਨ ਪੜ੍ਹਾਈ ਕਰ ਰਹੇ ਨੇ। ਸੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨੂੰ ਹਾਲੇ ਜਿਹੜੀ ਉਡੀਕ ਹੈ ਇਸ ਗੱਲ ਦੀ ਕਿ ਇਹ ਬੋਰਡ ਕੀ ਫੈਸਲਾ ਲਏਗਾ, ਪਰ ਆਮ ਤੌਰ ਤੇ ਹੁੰਦਾ ਹੀ ਹੈ ਜੋ CBSE ਬੋਰਡ ਫੈਸਲਾ ਲੈਂਦਾ ਹੈ ਉਸ ਨੂੰ ਹੀ ਫੋਲੋ ਕੀਤਾ ਜਾਂਦਾ ਹੈ ਤੇ ਇਸ ਫੈਸਲੇ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਹ ਫੈਸਲਾ ਲਿਆ ਹੈ, ਖੁਦ ਇਹ ਐਲਾਨ ਕੀਤਾ ਹੈ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਵਾਰੀ 12ਵੀਂ ਜਮਾਤ ਦੇ ਪੇਪਰ ਨਹੀਂ ਲਵਾਂਗੇ। ਸੋ ਜੇ ਪ੍ਰਧਾਨ ਮੰਤਰੀ ਨੇ ਫੈਸਲਾ ਲਿਆ ਹੈ ਤਾਂ ਸਾਰੇ ਸੂਬੇ ਨੇ ਜ਼ਾਹਿਰ ਤੌਰ ਤੇ ਇਸ ਨੂੰ ਮੰਨਣਗੇ। ਦੂਸਰੀ ਅਹਿਮ ਖਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਜੁੜੀ ਹੋਈ ਹੈ। ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਹੁਣ ਨਵੀਂ ਸਿੱਟ ਜਿਹੜੀ ਬਣਾਈ ਹੈ ਪੰਜਾਬ ਪੁਲਿਸ ਨੇ IG SPS ਪਰਮਾਰ ਦੀ ਸਰਪ੍ਰਸਤੀ ਦੇ ਹੇਠ ਉਸ ਸਿੱਟ ਨੇ ਆਪਣੀ ਜਾਂਚ ਬੜੀ ਤੇਜ਼ੀ ਦੇ ਨਾਲ ਸ਼ੁਰੂ ਕੀਤੀ ਹੋਈ ਹੈ।
क्योंकि एक पासे दबाव है सियासतदानां दा, एक तां हुंदा कि विरोधी धिर दा दबाव होवे, इत्थे दबाव है कांग्रेस दी अपनी ही पार्टी दे लीडरां ते मंत्रियां दा दबाव है और अपनी ही सरकार कैप्टन सरकार दे उत्ते दबाव है ते ओह दबाव सिट दे उत्ते बनिया होया। सिट हुण पूरी जिहड़ी कोशिश कर रही है कि जल्दी तो जल्दी इस दे विच रिपोर्ट पेश कर दित्ती जावे। सिट है जिहड़ी उसने हुण दावा कीता है कि श्री गुरु ग्रंथ साहिब जी दी बेअदबी दीआं घटनावां डेरा सिरसा दे मुखी राम रहीम दी बेइज्जती दे बदले दा हिस्सा ने, यानी कि बलात्कारी ते कातल साध जिहड़ा अजकल हरियाणे की सुनारिया जेल दे विच बंद है, उसकी बेइज्जती का बदला लैण की खातर राम रहीम दे प्रेमियां ने श्री गुरु ग्रंथ साहिब जी की बेअदबी नूं अंजाम दिता सी। महेंद्रपाल सिंह बिट्टू इन्हां बदले दीआं घटनावां दा हिस्सा सी, जिसकी बाद विच नाभा जेल च मौत हो गई सी। SIT ने हाल ही विच 6 लोकां दी गिरफ्तारी नूं भी वड्डी सफलता दस्सिया सी। ये 6 लोग उही ने ਜਿਹੜੇ डेरा प्रेमी पहलां भी फड़े गए सी, पर इन्हां प्रेमियां नूं पहलां CBI है जिहड़ी ਉਹ भी अपनी जांच विचों फारग कर चुकी है, यानी कि क्लीन चिट दे चुकी है, सब नूं रिहा कर दिता गया सी। उन्हां नूं ही मुड़ के हुण नवीं सिट ने फड़ लिया। हुण नवीं सिट कह रही है कि असीं नवां खुलासा कीता है कि इन्हां ने राम रहीम की बेइज्जती का बदला लैण खातर बेअदबी की सी। इस मामले दे विच सुखजिंदर सिंह की भी गिरफ्तारी हुई है। उसके लिखती नमूने भी पुलिस ने जांच खातर लए ने ते ये जिहड़े लिखती नमूने ने उन्हां पोस्टरां की लिखत दे नाल मिलाए जाणगे जिहड़े उस वक्त बरगाड़ी पिंड दीआं कंधां दे उत्ते लाए गए सी। बरगाड़ी पिंड दे विच पोस्टर चिपका के चैलेंज किया गया सी कि असीं तुहाडे गुरु की बेअदबी करांगे, जिहड़ा कोई सानू रोक सकदा है तां रोक लवे, तुसीं साडे गुरु की फिल्म है जिहड़ी ओह रिलीज़ नहीं होण दित्ती। राम रहीम की उस वक्त फिल्म आई सी, और रिलीज़ नहीं होण दित्ती गई सी। पंजाब दे विच पंजाब दे लोकां ने विरोध कीता सी, जिस विरोध दा बदला लैण खातर डेरे दे समर्थकां ने इस घटना नूं अंजाम दिता। पर ये कोई नवीं गल नहीं है, पहलां भी जिन्ने कमिशन बने, जिन्नियां सीटां बणीਆਂ, उन्हां ने इस गल दा खुलासा पहलां ही कर दिता है कि इन्हां ने बदला लैण दी खातर इस शर्मनाक घटना नूं अंजाम दिता सी। ते हुण जिहड़ी नवीं सिट है उस दे मुताबिक सुखजिंदर सिंह, सन्नी कांडा, शक्ति सिंह, रणजीत सिंह भोला, बलजीत सिंह, निशान सिंह, प्रदीप सिंह उर्फ राजू, रणदीप सिंह उर्फ नीला ते कुछ होर मुलजम भी शामिल सन। नीले नूं छड्ड के बाकी मुलजमां नूं परमार दी SIT ने 16 मई नूं सर्जिकल स्ट्राइक नां दी मुहिम तहत गिरफ्तार किया सी। जिहड़ा ये पुलिस का दावा है उस दे विच ये भी कहा गया है कि हाल ही विच होईयां गिरफ्तारियां सौखियां नहीं सी। दोषी पहलां ही वख-वख जांच एजेंसियां दीयां जांचां विचों लंघ चुके सी ते पिछले 6 सालां दौरान गिरफ्तारी तो बचण दे लई इन्हां ने वख-वख कानूनी चैनलां दे नाल भी संपर्क कीता सी। दबाਅ इसलिए भी सी क्योंकि विरोधी धिर तो इलावा कई चोटी के लीडर अपनी सरकार वल ही उंगलां कर रहे सी ते इस करके सिट ने इन्हां नूं गिरफ्तार किया है। ते सवाल तो फिर यही उठते हैं कि ये 6 दे 6 उही बंदे ने जिहड़े DIG रणबीर सिंह खट्टड़ा की अगवाई वाली सिट दे विच भी शामिल सन। सरकार ने रिपोर्ट नूं सही नहीं सी दस्सिया ते CBI भी डेरा पैरोकारां दी शमूलीयत नूं स्वीकार नहीं करदी सी। CBI ने भी क्लोजर रिपोर्ट है जिहड़ी ओह दायर कर दित्ती सी ते जनवरी 2021 विच पंजाब ते हरियाणा हाई कोर्ट ने खट्टड़ा दी अगवाई वाली SIT नूं भंग कर दित्ता सी ते पंजाब सरकार ने IG SPS परमार नूं टीम दा मुखी नियुक्त कीता है, जिहदे विच DIG खट्टड़ा अते जिहड़ा खाड़कूवाद विरोधी माहिर AIG रजिंदर सिंह सोल ने जिहड़े ओह मैंबर हैगे ने। जिहड़ी सिट ये दावा कर रही है कि असी कुछ नवा खुलासा कढ़ के लिआंदा है, उस ते हरियाणा सिख गुरुद्वारा प्रबंधक कमेटी के प्रधान बलजीत सिंह दादूवाल कहंदे ने कोई नवी गल नहीं हैगी, ये 6 दे 6 उही ने जिहड़े पहलां फड़े गए सी। गल तां यह है, मसला तां यह है कि की इन्हां नूं दोषी सिद्ध किया जाऊगा। जदों मन रही है पुलिस दस रही है कि सारे मन चुके ने कि असीं बेइज्जती का बदला लैण खातर ही कीता सी, फिर दोषी सिद्ध करके इन्हां नूं सज़ा क्यों नहीं दित्ती जांदी? मसला तां इत्थे खड़िया होया। पहला भी 6 साल इसी तरह लंघाते, हुण नवीं सिट भी उही कुछ बोल रही है जो पहलां वालियां सिटां बोलदियां सी। मसला तां है सज़ा देण दा। सवाल यही उठते ने कि की सज़ा दित्ती जाऊगी ਜਾਂ फिर सिर्फ तो सिर्फ सियासी रोटियां सेकण की खातर सिट के उत्ते दबाव बनाया जा रहा है। सरकार के वलों भी जल्दी तो जल्दी रिपोर्ट पेश करो। रिपोर्ट पेश इस तो पहला कई बारी हो चुकी है कि उस रिपोर्ट के उत्ते कोई असर किया जाता है प्रशासन के वलों, की कानून के वलों कोई असर किया जाता है
ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਦੇ ਸਜ਼ਾ ਮਿਲੂਗੀ ਜਾਂ ਫਿਰ ਸਿਆਸੀ ਲੀਡਰ ਗੁਰੂ ਦੇ ਨਾਂ ਤੇ ਇਸੇ ਤਰ੍ਹਾਂ ਰੋਟੀਆਂ ਸੇਕ ਕੇ ਆਪਣੀਆਂ ਸਰਕਾਰਾਂ ਬਣਾਉਂਦੇ ਰਹਿਣਗੇ। ਮਸਲਾ ਸਿਰਫ ਇਸੇ ਗੱਲ ਦਾ ਹੈ। ਜੂਨ 1984 ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਹਮਲਾ ਕੀਤਾ ਗਿਆ ਸੀ, ਉਸ ਹਮਲੇ ਦੀ 37ਵੀਂ ਬਰਸੀ ਸਿੱਖਾਂ ਦੇ ਵੱਲੋਂ ਮਨਾਈ ਜਾ ਰਹੀ ਹੈ ਅਤੇ ਅਮਰੀਕਾ ਦੇ ਕਨੈਟਿਕਟ ਸੂਬੇ ਦੇ ਵਿੱਚ ਵੀ ਇਸ ਬਰਸੀ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਕਨੈਟਿਕਟ ਦੇ ਗਵਰਨਰ ਨੇ ਪੂਰੇ ਮਹੀਨੇ ਨੂੰ ਸਿੱਖ ਮੈਮੋਰੀਅਲ ਮਹੀਨੇ ਵਜੋਂ ਐਲਾਨਿਆ ਹੋਇਆ। ਜੂਨ ਮਹੀਨਾ ਜਿਹੜਾ ਕਨੈਟਿਕਟ ਦੇ ਵਿੱਚ ਸਿੱਖ ਮੈਮੋਰੀਅਲ ਮਹੀਨੇ ਦੇ ਵਜੋਂ ਐਲਾਨਿਆ ਗਿਆ ਹੈ। ਕਨੈਟਿਕਟ ਦੇ ਗਵਰਨਰ ਇਸ ਦਾ ਐਲਾਨ ਕੀਤਾ ਹੈ। ਜਾਣਕਾਰੀ ਸਵਰਨਜੀਤ ਸਿੰਘ ਨੇ ਦਿੱਤੀ ਹੈ, ਜੋ ਕਿ ਸਿੱਖ ਆਰਟ ਗੈਲਰੀ ਕਨੈਟਿਕਟ ਦੇ ਡਾਇਰੈਕਟਰ ਨੇ ਔਰ ਕਾਫੀ ਸਰਗਰਮ ਰਹਿੰਦੇ ਨੇ ਅਮਰੀਕਾ ਦੇ ਕਨੈਟਿਕਟ ਸੂਬੇ ਦੇ ਵਿੱਚ। ਇਹ ਸਿੱਖ ਸੱਭਿਆਚਾਰ ਤੇ ਸਿੱਖ ਕੌਮ ਨੂੰ ਉਤਸ਼ਾਹਿਤ ਕਰਨ ਵਾਲੇ ਕਾਰਜਾਂ ਨੂੰ ਲੈ ਕੇ ਸਵਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਹ ਦਿਨ ਖੁਦ ਗੰਭੀਰਤਾ ਦੇ ਨਾਲ ਮਨਾਉਣੇ ਚਾਹੀਦੇ ਨੇ। ਕਨੈਟਿਕਟ ਦੇ ਵਿੱਚ ਇਸ ਮਹੀਨੇ ਨੂੰ ਲੈ ਕੇ ਕਈ ਸੈਮੀਨਾਰ ਕੀਤੇ ਗਏ ਨੇ। ਉਹਨਾਂ ਕਿਹਾ ਕਿ ਸਿਰਫ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਨਹੀਂ ਬਲਕਿ 36 ਹੋਰ ਗੁਰੂ ਘਰਾਂ ਤੇ ਹਮਲਾ ਕੀਤਾ ਗਿਆ ਸੀ। ਸਾਨੂੰ ਧਰਮ ਦੇ ਵਿੱਚੋਂ ਚੜ੍ਹਦੀ ਕਲਾ ਦਾ ਸਿਧਾਂਤ ਮਿਲਿਆ ਹੈ ਤੇ ਅਸੀਂ ਇਹਨਾਂ ਹਮਲਿਆਂ ਦੀ ਬਰਸੀ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਮਨਾਉਂਦੇ ਹਾਂ, ਪਰ ਅਰਦਾਸ ਵੀ ਕਰਦੇ ਹਾਂ ਕਿ ਜਿਹੜੇ ਵੀ ਸਿੱਖਾਂ ਦੇ ਕਾਤਲ ਨੇ ਉਹਨਾਂ ਨੂੰ ਸਜ਼ਾ ਮਿਲੇ। ਜੂਨ ਦਾ ਮਹੀਨਾ ਜਦੋਂ ਵੀ ਆਉਂਦਾ, ਜਿਹੜੇ ਸਾਲ ਵੀ ਆਉਂਦਾ, ਸਿੱਖਾਂ ਦੇ ਮਨ ਦੀ ਜਿਹੜੀ ਇੱਕ ਭਾਵਨਾ ਹੈਗੀ ਹੈ, ਉਹ ਬੜੀ ਅਸੀਂ ਇੱਕ ਇਮੋਸ਼ਨਲ ਦੌਰ ਚੋਂ ਗੁਜ਼ਰਦੇ ਹਾਂ ਸਾਰੇ। ਤੇ ਇਸ ਸਾਲ 37th ਕਮੈਮੋਰੇਸ਼ਨ ਹੈ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਦੀ। ਜਿਵੇਂ ਕਿ ਗਵਰਨਰ ਆਫ ਕਨੈਟਿਕਟ ਨੇ ਜੂਨ 1 ਨੂੰ ਐਲਾਨ ਕੀਤਾ ਐਜ਼ ਅ ਸਿੱਖ ਮੈਮੋਰੀਅਲ ਡੇ, ਸ਼ਹੀਦਾਂ ਦੀ ਯਾਦ ਦੇ ਵਿੱਚ। ਤੇ ਜਿੱਥੇ ਆਪਣੀ ਅਫੀਸ਼ੀਅਲ ਸਟੇਟਮੈਂਟ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਇੱਕ ਸਿੱਖ ਸਿਵਲ ਰਾਈਟ ਮੂਵਮੈਂਟ ਦੇ ਐਕਟਿਵਿਸਟ ਵਜੋਂ, ਇੱਕ ਸਿੱਖ ਮਾਰਟਰ ਵੱਲੋਂ ਸੰਬੋਧਨ ਕੀਤਾ, ਉੱਥੇ ਪੂਰੇ ਜੂਨ ਦੇ ਮਹੀਨੇ ਨੂੰ ਐਜ਼ ਅ ਸਿੱਖ ਮੈਮੋਰੀਅਲ ਮੰਥ ਵਜੋਂ ਵੀ ਐਲਾਨ ਕੀਤਾ। ਮੈਂ ਇਹ ਦੱਸਣਾ ਚਾਹਾਂਗਾ ਵੀ ਬੜਾ ਹੀ ਇੱਕ ਇੰਪੋਰਟੈਂਟ ਹੁੰਦਾ ਹੈ ਵੀ ਅਸੀਂ ਆਪਣੇ ਜਿਹੜੇ ਦਿਨ ਨੇ, ਤਿਉਹਾਰ ਨੇ, ਆਪਣੇ ਕਮੈਮੋਰੇਸ਼ਨਸ ਨੇ, ਉਹਨਾਂ ਨੂੰ ਇੱਕ ਚੰਗੇ ਤਰੀਕੇ ਨਾਲ ਮਨਾਈਏ, ਆਪਣੇ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦਈਏ। ਤੇ ਜੇ ਅਸੀਂ ਇਹ ਸਾਰਾ ਕੁਝ ਕਰਾਂਗੇ ਐਜ਼ ਅ ਕਮਿਊਨਿਟੀ, ਤੇ ਬਾਕੀ ਲੋਕ ਵੀ ਤੁਹਾਡਾ ਜਿਹੜਾ ਇੱਕ ਸਿੱਖਾਂ ਦਾ ਨੈਰੇਟਿਵ ਹੈ, ਜਿਹੜਾ ਕਿ ਮੈਂ ਸਮਝਦਾ ਵੀ ਇੰਡੀਅਨ ਗਵਰਨਮੈਂਟ ਹਰ ਵਾਰੀ ਕ੍ਰਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹ ਵੀ ਹੌਲੀ ਹੌਲੀ ਉੱਭਰ ਕੇ ਸਾਹਮਣੇ ਆਏਗਾ। ਪੰਜਾਬ ਮੰਤਰੀ ਮੰਡਲ ਨੇ ਇਤਿਹਾਸਿਕ ਕਸਬੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਮਲੇਰਕੋਟਲਾ ਵਾਸੀਆਂ ਦੇ ਲਈ ਇਹ ਖਾਸੀ ਖੁਸ਼ੀ ਦੀ ਖਬਰ ਹੈ, ਕਿਉਂਕਿ ਜ਼ਿਲ੍ਹਾ ਬਣਾਏ ਜਾਣ ਤੋਂ ਬਾਅਦ ਉਸ ਇਲਾਕੇ ਦੇ ਲੋਕਾਂ ਨੂੰ ਜਿੱਥੇ ਰੁਜ਼ਗਾਰ ਮਿਲਦਾ ਹੈ, ਉੱਥੇ ਕਈ ਹੋਰ ਸਹੂਲਤਾਂ ਵੀ ਮਿਲਦੀਆਂ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਮੌਕੇ ਇਸ ਦਾ ਐਲਾਨ ਕੀਤਾ ਸੀ, ਜਿਸ ਨੂੰ ਸਿਆਸੀ ਰੰਗਤ ਦੇਣ ਵਾਲਾ ਐਲਾਨ ਵੀ ਵਿਰੋਧੀਆਂ ਨੇ ਦੱਸਿਆ ਸੀ। ਮੰਤਰੀ ਮੰਡਲ ਦੇ ਵੱਲੋਂ ਸਬ ਤਹਿਸੀਲ ਅਮਰਗੜ੍ਹ, ਜੋ ਕਿ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਉਸ ਨੂੰ ਵੀ ਸਬ ਡਿਵੀਜ਼ਨ ਯਾਨੀ ਕਿ ਤਹਿਸੀਲ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਹੁਣ 3 ਸਬ ਡਿਵੀਜ਼ਨਾਂ ਮਲੇਰਕੋਟਲਾ, ਅਹਿਮਦਗੜ੍ਹ ਤੇ ਅਮਰਗੜ੍ਹ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ 192 ਪਿੰਡ, 62 ਪਟਵਾਰ ਸਰਕਲ ਤੇ 6 ਕਾਨੂੰਗੋ ਸਰਕਲ ਵੀ ਸ਼ਾਮਿਲ ਹੋਣਗੇ। ਮੰਤਰੀ ਮੰਡਲ ਦੇ ਵੱਲੋਂ ਮੁੱਖ ਮੰਤਰੀ ਨੂੰ 12 ਵਿਭਾਗਾਂ, ਪੁਲਿਸ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ ਤੇ ਘੱਟ ਗਿਣਤੀਆਂ, ਖੇਤੀਬਾੜੀ ਤੇ ਕਿਸਾਨ ਵਿਕਾਸ, ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ, ਸਿਹਤ, ਸਿੱਖਿਆ, ਰੁਜ਼ਗਾਰ, ਉਤਪਤੀ, ਉਦਯੋਗ ਤੇ ਵਣਜ, ਖੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਤੋਂ ਇਲਾਵਾ ਵਿੱਤ ਦੇ ਦਫ਼ਤਰਾਂ ਲਈ ਇਸ ਨਵੇਂ ਜ਼ਿਲ੍ਹੇ ਦੇ ਵਿੱਚ ਨਵੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਤੇ ਮੁੱਖ ਮੰਤਰੀ ਨੂੰ ਸਾਰੇ ਅਧਿਕਾਰ ਨੇ ਜਿਹੜੇ ਉਹ ਮੰਤਰੀ ਮੰਡਲ ਨੇ ਸੌਂਪ ਦਿੱਤੇ ਨੇ। ਸੋ ਹੁਣ ਮਲੇਰਕੋਟਲੇ ਦੇ ਵਿੱਚ ਇਹਨਾਂ ਸਾਰੇ 12 ਵਿਭਾਗਾਂ ਦੇ ਵਿੱਚ ਨਵੀਆਂ ਭਰਤੀਆਂ ਹੋਣਗੀਆਂ, ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ 3 ਪਹੀਆ ਵਾਹਨ ਆਟੋ ਰਿਕਸ਼ਾ ਚਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਕਿ 3 ਪਹੀਆ ਵਾਹਨ ਚਾਲਕ ਹੁਣ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਡਰਾਈਵਿੰਗ ਟੈਸਟ ਦੇਣ ਵਾਸਤੇ 3 ਪਹੀਆ ਆਟੋ ਰਿਕਸ਼ਾ ਦੀ ਵੀ ਵਰਤੋਂ ਕਰ ਸਕਦੇ ਸੀ। ਇਸ ਤੋਂ ਪਹਿਲਾਂ ਜਿਹੜੇ 3 ਪਹੀਆ ਵਾਹਨ ਹੈਗਾ ਆਟੋ ਰਿਕਸ਼ਾ, ਉਸ ਦਾ ਲਾਇਸੈਂਸ ਲੈਣ ਦੇ ਲਈ ਇਸ ਦੇ ਚਾਲਕਾਂ ਨੂੰ 4 ਪਹੀਆ ਵਾਹਨ ਦੇ ਉੱਤੇ ਆਪਣਾ ਟੈਸਟ ਦੇਣਾ ਪੈਂਦਾ ਸੀ।
ਮੰਤਰੀ ਨੇ ਸਾਰੀਆਂ ਐਨਫੋਰਸਮੈਂਟ ਅਥਾਰਟੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜੇ ਕਿਸੇ 3 ਵੀਲਰ ਚਾਲਕ ਦੇ ਕੋਲ LMV ਡਰਾਈਵਿੰਗ ਲਾਇਸੈਂਸ ਹੈ ਤਾਂ ਉਸ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਕਿਉਂਕਿ ਮੋਟਰ ਵਹੀਕਲ ਐਕਟ 1988 ਦੀਆਂ ਧਾਰਾਵਾਂ ਦੇ ਮੁਤਾਬਿਕ 3 ਪਹੀਆ ਵਾਹਨ ਆਟੋ ਰਿਕਸ਼ਾ ਨੂੰ ਲਾਈਟ ਮੋਟਰ ਵਾਹਨ ਦੇ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਾ ਦਿੱਤੇ ਗਏ ਨੇ। ਇਸ ਵਿੱਚ ਲੱਭਣ ਵਾਲੇ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ। ਇਹ ਪੋਸਟਰ ਸਿੱਧੂ ਦੇ ਹਲਕੇ ਵਿਧਾਨ ਸਭਾ ਪੂਰਬੀ ਦੇ ਇਲਾਕੇ ਜੋੜਾ ਫਾਟਕ ਨੇੜੇ ਕੰਧਾਂ ਤੇ ਲਾਏ ਗਏ ਨੇ ਤੇ ਇਹ ਪੋਸਟਰ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਲਾਏ ਗਏ ਨੇ, ਜਿਨ੍ਹਾਂ ਤੇ ਲਿਖਿਆ ਹੋਇਆ ਗੁੰਮਸ਼ੁਦਾ ਦੀ ਤਲਾਸ਼। ਪੋਸਟਰ ਉਸ ਥਾਂ ਤੇ ਲੱਗੇ ਨੇ ਜਿੱਥੇ ਜੋੜਾ ਫਾਟਕ ਨੇੜੇ ਰੇਲ ਹਾਦਸਾ ਹੋਇਆ ਸੀ। ਹਾਦਸੇ ਵਿੱਚ ਮਾਰੇ ਗਏ ਤੇ ਜ਼ਖਮੀ ਹੋਏ ਲੋਕਾਂ ਨੂੰ ਸਿੱਧੂ ਵੱਲੋਂ ਮਦਦ ਦੇ ਕਈ ਦਾਅਵੇ ਕੀਤੇ ਗਏ ਸੀ। ਪੋਸਟਰ ਲਾਉਣ ਵਾਲੀ ਜਥੇਬੰਦੀ ਦੇ ਲੀਡਰ ਅਨਿਲ ਵਸ਼ਿਸ਼ਟ ਨੇ ਕਿਹਾ ਕਿ ਸਿੱਧੂ ਆਪਣੇ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਨਹੀਂ ਹਨ, ਜਿਸ ਕਰਕੇ ਹਲਕੇ ਦਾ ਮਾੜਾ ਹਾਲ ਹੈ। ਲੋਕ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਨੇ। ਇਸ ਤੋਂ ਪਹਿਲਾਂ ਵੀ ਸਿੱਧੂ ਬਾਰੇ ਅਜਿਹੇ ਪੋਸਟਰ ਲੱਗ ਚੁੱਕੇ ਨੇ ਤੇ ਇਸੇ ਸਮੇਂ ਦਰਮਿਆਨ ਇਹ ਪੋਸਟਰ ਲੱਗੇ ਨੇ ਜਦੋਂ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੁਝ ਚੰਗਾ ਨਹੀਂ ਚੱਲ ਰਿਹਾ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਅਤੇ ਕੈਪਟਨ ਦੇ ਵਿਚਾਲੇ ਤਣਾਅਪੂਰਨ ਹਾਲਾਤ ਹੀ ਚੱਲ ਰਹੇ ਨੇ ਤੇ ਜਦੋਂ ਤੋਂ ਸਿੱਧੂ ਤੇ ਕੈਪਟਨ ਦੀ ਆਪਸੀ ਖਾਨਾਜੰਗੀ ਚੱਲ ਰਹੀ ਹੈ, ਸਿੱਧੂ ਆਪਣੇ ਇਲਾਕੇ ਦੇ ਵਿੱਚ ਕਾਫੀ ਘੱਟ ਐਕਟਿਵ ਦਿਸੇ ਨੇ ਤੇ ਉਹਨਾਂ ਦਾ ਕਹਿ ਸਕਦੇ ਹਾਂ ਕਿ ਜ਼ਿਆਦਾ ਧਿਆਨ ਹੈ ਜਿਹੜਾ ਉਹ ਆਪਸੀ ਲੜਾਈ ਦੇ ਵਿੱਚ ਹੈਗਾ ਆ ਤੇ ਇਲਾਕੇ ਵੱਲ ਸ਼ਾਇਦ ਘੱਟ ਹੈ, ਇਹ ਲੋਕ ਕਹਿ ਰਹੇ ਨੇ। ਤੇ ਉਧਰ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਾਂ ਦੀ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਉਸ ਕਮੇਟੀ ਦੇ ਵੱਲੋਂ ਪੰਜਾਬ ਕਾਂਗਰਸ ਦੇ ਅੰਦਰ ਜਿਹੜਾ ਘਮਸਾਨ ਮਚਿਆ ਹੋਇਆ ਉਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ। ਪੂਰਾ ਵਾਹ ਲਾਇਆ ਜਾ ਰਿਹਾ ਹੈ। 3 ਮੈਂਬਰੀ ਕਮੇਟੀ ਦੇ ਵੱਲੋਂ ਲਗਾਤਾਰ ਤੀਸਰੇ ਦਿਨ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ। ਮੀਟਿੰਗ ਲਗਾਤਾਰ ਇਹ ਤੀਸਰੇ ਦਿਨ ਵੀ ਜਾਰੀ ਰਹੀ, ਜਿਸ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਵਿਧਾਇਕ ਸੁਨੀਲ ਦੱਤੀ, ਦਰਸ਼ਨ ਲਾਲ, ਕਾਕਾ ਰਜਿੰਦਰ ਸਿੰਘ, ਕੁਲਬੀਰ ਜ਼ੀਰਾ, ਵਿਧਾਇਕ ਅੰਗਦ ਸੈਣੀ, ਸੁਰਜੀਤ ਧੀਮਾਨ, ਫਤਿਹ ਜੰਗ ਬਾਜਵਾ, ਕੁਲਦੀਪ ਬੈਦ, ਕੁਸ਼ਲਦੀਪ ਢਿੱਲੋਂ, ਸੰਤੋਖ ਸਿੰਘ, ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਪਿੰਕੀ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ ਜੀਪੀ ਤੇ ਸੁਖਪਾਲ ਭੁੱਲਰ, ਇਹਨਾਂ ਸਾਰਿਆਂ ਨੇ ਆਪਣੇ ਜਿਹੜੇ ਵਿਚਾਰ ਰੱਖੇ ਨੇ, ਆਪਣੇ ਬਿਆਨ ਕਹਿ ਸਕਦੇ ਹਾਂ ਕਿ ਕਲਮਬੰਦ ਕਰਵਾਏ ਨੇ ਹਾਈ ਕਮਾਂਡ ਦੀ ਕਮੇਟੀ ਦੇ ਕੋਲ। ਕਾਂਗਰਸ ਦਾ ਜਿਹੜਾ ਇਹ ਆਪਸੀ ਰਫੜਤਾ ਚੱਲ ਰਿਹਾ ਹੈ, ਅੰਦਰੂਨੀ ਰਫੜਤਾ ਚੱਲ ਰਿਹਾ ਹੈ, ਇਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਹੋਰ ਨਵਾਂ ਇਲਜ਼ਾਮ ਲੱਗਿਆ। ਕੁਝ ਕਾਂਗਰਸੀ ਮੰਤਰੀ ਤੇ ਵਿਧਾਇਕ ਸੇਵਾ ਮੁਕਤ ਅਧਿਕਾਰੀਆਂ ਨੂੰ ਸਰਕਾਰੀ ਅਹੁਦਿਆਂ ਤੇ ਐਡਜਸਟ ਕਰਨ ਲਈ ਰੌਲਾ ਪਾ ਰਹੇ ਨੇ, ਪਰ ਦੂਸਰੇ ਪਾਸੇ 4 ਕਾਂਗਰਸੀ ਵਿਧਾਇਕ ਆਪਣੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਐਡਜਸਟ ਕਰਵਾਉਣ ਜਾ ਰਹੇ ਨੇ। ਸੂਤਰਾਂ ਮੁਤਾਬਿਕ ਸਾਰਾ ਕੁਝ ਤੈਅ ਹੋ ਚੁੱਕਿਆ ਹੈ, ਬਸ ਮੋਹਰ ਲੱਗਣੀ ਬਾਕੀ ਹੈ ਤੇ ਲੋਕ ਕਹਿ ਰਹੇ ਨੇ ਕਿ ਕੈਪਟਨ ਮੁੜ-ਮੁੜ ਆਪਣਿਆਂ ਨੂੰ ਹੀ ਰਿਓੜੀਆਂ ਵੰਡ ਰਹੇ ਨੇ। ਦਲਿਤ ਲੀਡਰਾਂ ਦੀ ਨੁਮਾਇੰਦਗੀ ਨੂੰ ਲੈ ਕੇ ਹੋਏ ਹੰਗਾਮੇ ਦੇ ਵਿਚਕਾਰ ਘੱਟੋ-ਘੱਟ 2 ਦਲਿਤ ਲੀਡਰਾਂ ਦੇ ਪੁੱਤਰਾਂ, ਇੱਕ ਮੌਜੂਦਾ ਮੰਤਰੀ ਤੇ ਮਾਲਵਾ ਇਲਾਕੇ ਦੇ ਇੱਕ ਵਿਧਾਇਕ ਨੂੰ ਪੰਜਾਬ ਦੇ ਐਡਵੋਕੇਟ ਜਨਰਲ AG ਦੇ ਦਫ਼ਤਰ ਵਿੱਚ ਨਿਯੁਕਤ ਕੀਤੇ ਜਾਣ ਦੀ ਚਰਚਾ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਕੈਬਨਿਟ ਦੀ ਬੁੱਧਵਾਰ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਇਸ ਤੇ ਮੋਹਰ ਲਾਈ ਜਾ ਸਕਦੀ ਹੈ, ਪਰ ਖਬਰਾਂ ਪੜ੍ਹੇ ਜਾਣ ਤੱਕ ਇਸ ਬਾਰੇ ਕੋਈ ਖਬਰ ਨਹੀਂ ਮਿਲੀ ਕਿ ਕੈਬਨਿਟ ਨੇ ਇਹਨਾਂ ਦੀ ਨਿਯੁਕਤੀ ਤੇ ਮੋਹਰ ਲਾਈ ਹੈ ਜਾਂ ਨਹੀਂ ਲਾਈ, ਕਿਉਂਕਿ ਇਸ ਤੋਂ ਪਹਿਲਾਂ ਰੌਲਾ ਕਾਫੀ ਪੈ ਚੁੱਕਿਆ। ਹੋ ਸਕਦਾ ਹੈ ਕਿ ਮਾਮਲਾ ਥੋੜਾ ਖਿਸਕਾ ਦਿੱਤਾ ਗਿਆ ਹੋਵੇ, ਲਟਕਾ ਦਿੱਤਾ ਗਿਆ ਹੋਵੇ। ਸਰਕਾਰੀ ਸੂਤਰ ਦੱਸਦੇ ਨੇ ਕਿ ਗ੍ਰਹਿ ਵਿਭਾਗ ਨੇ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਬਾਜਵਾ ਨੂੰ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸ ਬਾਰੇ ਇਤਰਾਜ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਮਦਰਦੀ ਦੇ ਆਧਾਰ ਦੇ ਉੱਤੇ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਜੇ ਨੌਕਰੀ ਦਾ ਚਾਹਵਾਨ ਕਿਸੇ ਤੇ ਨਿਰਭਰ ਹੈ ਤਾਂ ਆਰਥਿਕ ਤੌਰ ਉੱਤੇ ਜਾਂ ਫਿਰ ਆਰਥਿਕ ਤੌਰ ਉੱਤੇ ਬਹੁਤ ਕਮਜ਼ੋਰ ਹੋਵੇ। ਤੇ ਇਸ ਮਸਲੇ ਦੇ ਉੱਤੇ ਵਿਰੋਧੀ ਧਿਰ ਦੇ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖਾਸਾ ਘੇਰਿਆ। ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਥੇਰ ਨੇ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਦੇ ਪੁੱਤਰ ਨੂੰ DSP ਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਨਿਯੁਕਤ ਕਰਨ ਦੇ ਫੈਸਲੇ ਤੇ ਆਪਣੀ ਟਿੱਪਣੀ ਕੀਤੀ ਹੈ। ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਾਂਗਰਸੀ ਲੀਡਰਾਂ ਦੇ ਧੀਆਂ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੂਰਾ ਕਰ ਰਹੇ ਨੇ, ਜਦਕਿ ਪੰਜਾਬ ਦੇ ਆਮ ਲੋਕਾਂ ਦੀਆਂ ਧੀਆਂ ਪੁੱਤਰਾਂ ਨੂੰ ਰੁਜ਼ਗਾਰ ਮੇਲਿਆਂ ਦੇ ਨਾਂ ਤੇ ਸਿਰਫ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮੀਥੇਰ ਨੇ ਕਿਹਾ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਸਰਦਾਰ ਉਦਮ ਸਿੰਘ ਦੇ ਪਰਿਵਾਰ ਦੇ ਮੈਂਬਰ ਤਾਂ ਦਿਹਾੜੀਆਂ ਕਰਨ ਲਈ ਇੱਥੇ ਮਜਬੂਰ ਨੇ।
ਇਸ ਦੇਸ਼ ਭਗਤ ਪਰਿਵਾਰ ਦੀ ਤਾਂ ਕੈਪਟਨ ਨੇ ਸਾਰ ਨਹੀਂ ਲਈ, ਪਰ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਵੱਡੀਆਂ-ਵੱਡੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਜਦਕਿ 2017 ਦੇ ਵਿੱਚ ਵੀ ਨਿਯਮਾਂ ਨੂੰ ਦਰਕਿਨਾਰ ਕਰਕੇ ਬੇਅੰਤ ਸਿੰਘ ਦੇ ਪੋਤੇ ਨੂੰ ਸਿੱਧਾ ਡੀਐਸਪੀ ਲਾ ਦਿੱਤਾ ਗਿਆ ਸੀ। ਮਸਲਾ ਹਾਲੇ ਵੀ ਹਾਈ ਕੋਰਟ ਦੇ ਵਿੱਚੋਂ ਪੈਂਡਿੰਗ ਹੈ ਤੇ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਹੈ ਕਿ ਇਹ ਰਵੱਈਆ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ ਉਹ ਭੇਦਭਾਵ ਵਾਲਾ ਰਵੱਈਆ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਕਹਿੰਦੇ ਪੰਜਾਬ ਸਰਕਾਰ ਦੇ ਵੱਲੋਂ ਤਰੱਕੀ ਪਾਉਣ ਵਾਲੇ 24 ਪੀਸੀਐਸ ਅਫਸਰਾਂ ਵਿੱਚੋਂ ਅਨੁਸੂਚਿਤ ਜਾਤੀਆਂ ਨੂੰ ਬਾਹਰ ਹੀ ਕਰ ਦਿੱਤਾ ਗਿਆ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਜਵਾਬਦੇਹੀ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ। ਬੁੱਧਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੌਲਾ ਪਿਆ ਪੰਜਾਬੀ ਫਿਲਮ ਅਦਾਕਾਰ ਰਾਣਾ ਰਣਬੀਰ ਦੀ ਮੌਤ ਨੂੰ ਲੈ ਕੇ। ਖਬਰਾਂ ਇਸ ਤਰ੍ਹਾਂ ਦੀਆਂ ਚੱਲਣ ਲੱਗੀਆਂ ਕਿ ਰਾਣਾ ਰਣਬੀਰ ਅਕਾਲ ਚਲਾਣਾ ਕਰ ਗਏ ਨੇ, ਪਰ ਜਦੋਂ ਪੁਸ਼ਟੀ ਕੀਤੀ ਤਾਂ ਖਬਰ ਸਿਰਫ ਅਫਵਾਹ ਨਿਕਲੀ। ਦਰਅਸਲ ਕਿਸੇ ਨੇ ਇੰਸਟਾਗ੍ਰਾਮ ਤੇ ਇੱਕ ਜਿਹੜੀ ਪੋਸਟ ਪਾਈ ਹੈ ਉਸ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਹੋਇਆ ਕਿ ਰਾਣਾ ਰਣਬੀਰ ਦੇ ਨਾਲ ਇਹ ਸਭ ਵਾਪਰ ਗਿਆ, ਬਲਕਿ ਉਸ ਪੋਸਟ ਦਾ ਗਲਤ ਮਤਲਬ ਕੱਢਿਆ ਗਿਆ ਕਿਉਂਕਿ ਘੁਮਾ ਫਿਰਾ ਕੇ ਇਸ ਤਰੀਕੇ ਦੇ ਨਾਲ ਅੰਗਰੇਜ਼ੀ ਦੇ ਵਿੱਚ ਪੋਸਟ ਪਾਈ ਸੀ ਤੇ ਬੇਧਿਆਨੀ ਦੇ ਨਾਲ ਜੇ ਕੋਈ ਵੀ ਪੜੂਗਾ ਉਹਨੂੰ ਇੰਝ ਹੀ ਲੱਗੂਗਾ ਕਿ ਸ਼ਾਇਦ ਕੋਈ ਭਾਣਾ ਵਾਪਰ ਗਿਆ। ਜਿਹੜੇ ਇਸ ਪੋਸਟ ਨੂੰ ਧਿਆਨ ਨਾਲ ਪੜ੍ਹਦੇ ਨੇ ਤਾਂ ਸਮਝ ਆਉਂਦਾ ਹੈ ਕਿ ਇਹ ਸਿਰਫ ਇੱਕ ਮਜ਼ਾਕ ਕੀਤਾ ਗਿਆ ਹੈ ਜਾਂ ਫਿਰ ਭੁਲੇਖਾ ਪਾਇਆ ਗਿਆ ਹੈ ਲੋਕਾਂ ਦੇ ਵਿੱਚ। ਇਸ ਤਰੀਕੇ ਦੇ ਨਾਲ ਲਿਖਿਆ ਕਿ 11:58 ਤੇ ਸਵੇਰੇ ਉਹਨਾਂ ਜਿਹੜੇ ਲੈਜੈਂਡਰੀ ਪੰਜਾਬੀ ਐਕਟਰ ਹੈਗੇ ਨੇ ਤੇ ਕਾਮੇਡੀਅਨ ਰਾਣਾ ਰਣਬੀਰ ਨੇ ਉਹ ਸੈਂਟਰਲ ਚੰਡੀਗੜ੍ਹ ਦੇ ਵਿੱਚ ਇੱਕ ਸਟੋਰ ਕੋਲੋਂ ਬਹੁਤ ਹੀ ਸ਼ਾਂਤੀ ਦੇ ਨਾਲ ਗੁਜ਼ਰ ਗਏ। ਉਹਨਾਂ ਦੀ ਉਮਰ 51 ਸਾਲ ਹੈ। ਸੋ ਇਸ ਤਰੀਕੇ ਦੇ ਨਾਲ ਸੁਨੇਹਾ ਲਿਖਿਆ ਗਿਆ। ਸੋ ਇਹਦੇ ਤੋਂ ਪਤਾ ਲੱਗਦਾ ਕਿ ਅਫਵਾਹਾਂ ਨੇ ਜਿਹੜੀਆਂ ਉਹਨਾਂ ਤੇ ਕਿੰਨਾ ਅਸੀਂ ਲੋਕ ਯਕੀਨ ਕਰਦੇ ਹਾਂ। ਕਿਸੇ ਨੇ ਕੁਝ ਪੋਸਟ ਪਾਤੀ, ਚੰਗੇ ਤਰੀਕੇ ਦੇ ਨਾਲ ਉਹਨੂੰ ਪੜ੍ਹਨਾ ਨਹੀਂ, ਜੋ ਵੀ ਆਪਣਾ ਮਤਲਬ ਕੱਢਿਆ ਤੇ ਉਸਨੂੰ ਅਸੀਂ ਅੱਗੇ ਫਾਰਵਰਡ ਕਰਤਾ, ਉਸਨੂੰ ਅੱਗ ਵਾਂਗ ਫੈਲਾ ਦਿੱਤਾ। ਤੇ ਖਾਸ ਕਰਕੇ ਜਦੋਂ ਕਿਸੇ ਦੀ ਮੌਤ ਦੇ ਨਾਲ, ਜ਼ਿੰਦਗੀ ਤੇ ਮੌਤ ਦੇ ਨਾਲ ਜੁੜੀ ਖਬਰ ਹੁੰਦੀ ਹੈ ਉਸ ਨੂੰ ਇੰਜ ਨਹੀਂ ਫੈਲਾਇਆ ਜਾਣਾ ਚਾਹੀਦਾ। ਇੱਕ ਬਹੁਤ ਵੱਡੀ ਗਲਤੀ ਹੈ, ਬਹੁਤ ਵੱਡੀ ਆਪਾਂ ਕਹਿ ਸਕਦੇ ਕਿ ਬੇਧਿਆਨੀ ਹੈ। ਰਾਣਾ ਰਣਬੀਰ ਜੇ ਖਬਰ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਕਿੰਨਾ ਕੀ ਮਹਿਸੂਸ ਹੁੰਦਾ ਹੋਏਗਾ ਕਿ ਮੇਰੀ ਮੌਤ ਦੀਆਂ ਹੀ ਖਬਰਾਂ ਚਲਾਈਆਂ ਜਾ ਰਹੀਆਂ ਨੇ। ਕੋਈ ਵੀ ਵਿਅਕਤੀ ਹੈ ਉਸ ਦੀ ਤੁਸੀਂ ਮੌਤ ਦੀ ਖਬਰ ਬਿਨਾਂ ਕਿਸੇ ਪੁਸ਼ਟੀ ਤੋਂ ਚਲਾ ਦਿਓ ਤਾਂ ਇਸ ਤੋਂ ਵੱਡੀ ਮੂਰਖਤਾ ਸ਼ਾਇਦ ਕੋਈ ਨਹੀਂ ਹੋ ਸਕਦੀ। ਇਸ ਕਰਕੇ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹਰਿਆਣਾ ਦੇ ਟੋਹਾਣਾ ਤੋਂ ਖਬਰ ਹੈ ਜਿੱਥੇ ਇੱਕ ਦਿਨ ਪਹਿਲਾਂ ਵੀ ਜੇਜੇਪੀ ਵਿਧਾਇਕ ਦਵਿੰਦਰ ਬੱਬਲੀ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ। ਸ਼ਾਂਤਮਈ ਤਰੀਕੇ ਦਾ ਵਿਰੋਧ ਸੀ। ਬੱਬਲੀ ਨੇ ਇੱਥੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਬਹੁਤ ਹੀ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ। ਉਹਨਾਂ ਦੇ ਨਾਲ ਜਿਹੜਾ ਬਦ ਜ਼ੁਬਾਨੀ ਕਹਿ ਸਕਦੇ ਆ ਉਹ ਕੀਤੀ ਤੇ ਫਿਰ ਪੁਲਿਸ ਨੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਕਿਉਂਕਿ ਬੱਬਲੀ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਹੋਇਆ ਸੀ। ਕਿਸਾਨ ਕਹਿੰਦੇ ਸੀ ਅਸੀਂ ਹੋਣ ਨਹੀਂ ਦੇਣਾ। ਟਕਰਾਅ ਹੈ ਜਿਹੜਾ ਹਾਲੇ ਵੀ ਬਣਿਆ ਹੋਇਆ। ਦੂਸਰੇ ਦਿਨ ਟੋਹਾਣਾ ਦੇ ਹਿਸਾਰ ਰੋਡ ਸਥਿਤ ਟਾਊਨ ਪਾਰਕ ਦੇ ਬਾਹਰ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਖਾਸ ਤੌਰ ਤੇ ਪਹੁੰਚੇ ਹੋਏ ਸੀ। ਗੁਰਨਾਮ ਸਿੰਘ ਨੇ ਕਿਹਾ ਕਿ ਵਿਧਾਇਕ ਅਤੇ ਕਿਸਾਨਾਂ ਵਿਚਕਾਰ ਹੋਏ ਜਿਹੜੇ ਟਕਰਾਅ ਨੂੰ ਲੈ ਕੇ ਕਿਸਾਨਾਂ ਤੇ ਜੋ ਮਾਮਲੇ ਦਰਜ ਕੀਤੇ ਗਏ ਨੇ ਉਹ ਵਾਪਸ ਕੀਤੇ ਜਾਣ। ਵਿਧਾਇਕ ਜਾਂ ਤਾਂ ਕਿਸਾਨਾਂ ਤੋਂ ਮਾਫੀ ਮੰਗੇ ਜਾਂ ਫਿਰ ਪ੍ਰਸ਼ਾਸਨ ਵਿਧਾਇਕ ਦੇ ਖਿਲਾਫ ਮੁਕੱਦਮਾ ਦਰਜ ਕਰੇ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਵਿਧਾਇਕ ਦੇ ਵੱਲੋਂ ਕਿਸਾਨਾਂ ਦੇ ਲਈ ਵਰਤੀ ਗਈ ਹੈ ਉਸ ਨਾਲ ਕਿਸਾਨਾਂ ਦੇ ਵਿੱਚ ਰੋਸ ਹੈ। ਜੇ ਪ੍ਰਸ਼ਾਸਨ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਦਰਵਾਜ਼ੇ ਖੁੱਲੇ ਨੇ। ਪ੍ਰਸ਼ਾਸਨ ਨੇ ਜੇ ਸਾਡੀਆਂ ਗੱਲਾਂ ਨੂੰ ਅਣਸੁਣਿਆ ਕੀਤਾ ਤਾਂ ਅੱਗੇ ਦੀ ਰਣਨੀਤੀ ਅਸੀਂ ਤਿਆਰ ਕਰਾਂਗੇ। ਗੁਰਨਾਮ ਸਿੰਘ ਚੜੂਨੀ ਨੇ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਕਹਿਤਾ ਸੀ ਕਿ ਦਵਿੰਦਰ ਬੱਬਲੀ ਨੇ ਫਿਰ ਟੋਹਾਣੇ ਆਉਣਾ ਪਰ ਤੁਸੀਂ ਉਸ ਦਾ ਪ੍ਰੋਗਰਾਮ ਹੋਣ ਨਹੀਂ ਦੇਣਾ। ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਜਿਹੜਾ ਕਰਨਾ ਹੈ। ਫਿਰ ਕਿਸਾਨ ਟੋਹਾਣਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਗਏ ਸੀ। ਰੋਸ ਮੁਜ਼ਾਹਰਾ ਕੀਤਾ ਸ਼ਾਂਤਮਈ ਤਰੀਕੇ ਦੇ ਨਾਲ ਅਤੇ ਜਿਹੜਾ ਹੈਗਾ ਨਾਅਰੇਬਾਜ਼ੀ ਵੀ ਕੀਤੀ। ਕੇਂਦਰ ਸਰਕਾਰ ਦੇ ਨਾਲ ਦਵਿੰਦਰ ਬੱਬਲੀ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਹ ਜਿਹੜੇ ਕਿਸਾਨ ਇੱਥੇ ਪਹੁੰਚੇ ਹੋਏ ਸੀ ਉਹ ਸਿੰਘੂ ਟਿੱਕਰੀ ਬਾਰਡਰ ਤੋਂ ਵੀ ਪਹੁੰਚੇ ਹੋਏ ਸੀ। ਇਹਦੇ ਵਿੱਚ ਰਾਜਸਥਾਨ ਦੇ ਕਿਸਾਨ ਵੀ ਪਹੁੰਚੇ ਹੋਏ ਸੀ। लगातार 6 महीने तक ये सरकार और इसके आदमी हमला उकसाने की कोशिश कर रहा है। अरे जब दो खग्गर लड़ते हो, तकड़े खग्गर लड़ते हो तो बाछड़े उसके बीच में कौन आए करे। तो ये देवेंद्र बबली का काल का जो मेरा बाछड़ा था किसानों की लड़ाई सीधी मोदी गल, सीधी अंबानी गल, सीधी अडानी गल, तुम्हारा भी तारा के लेना आ गया। और दूसरी बात, इसका कोई घमंड होता हो, इसका कोई बहम होता हो, भाई ने काल गाड़ काटी बताओ। गाल हरियाणवी पंजाबी भाषा में घर में कई बार काट दिया करा, लेकिन वह घर में काट दिया करा। जब आदमी बड़ा अफसर बन जाए
जब आदमी सांसद बन जाए, जब आदमी विधायक बन जाए, तो उसकी जुबान उसके क्षेत्र के लोगों की जुबान गिनी जाती है। यानी उन्हें अपनी बेइज्जती नहीं कराई, पूरे टोहाना जिला की माता बहना की, मारे भैया की, मारी संस्कृति की बेइज्जती कराई। ਵਿਧਾਇਕ ਦਵਿੰਦਰ ਬਬਲੀ ਨੇ ਵੀ ਆਪਣਾ ਪੱਖ ਰੱਖਿਆ, ਕਿਹਾ ਕਿ ਮੈਂ ਆਪਣੇ ਘਰ ਦਾ ਸਮਾਨ ਖਰੀਦਣ ਦੇ ਲਈ ਬਾਜ਼ਾਰ ਗਿਆ ਸੀ। ਖਰੀਦਣ ਤੋਂ ਬਾਅਦ ਜਦੋਂ ਹੋਰ ਦੁਕਾਨ ਤੇ ਜਾਣ ਲੱਗਿਆ ਤਾਂ ਸਾਹਮਣੇ ਇੱਕ ਹਰੇ ਰੰਗ ਦੀ ਗੱਡੀ ਵਿੱਚ ਕੁਝ ਲੋਕ ਆਏ, ਜਿਨ੍ਹਾਂ ਨੇ ਆਪਣੀ ਗੱਡੀ ਮੇਰੀ ਗੱਡੀ ਦੇ ਮੂਹਰੇ ਲਾ ਕੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ, ਜਦਕਿ ਕਿਸਾਨ ਪਹਿਲਾਂ ਵੀ ਇਹ ਸਾਫ਼ ਕਰ ਚੁੱਕੇ ਨੇ ਕਿ ਕਿਸਾਨਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਦਵਿੰਦਰ ਬਬਲੀ ਜਾਣਬੁੱਝ ਕੇ ਇਲਜ਼ਾਮ ਲਾ ਰਿਹਾ ਹੈ ਤੇ ਸਾਡੇ ਨਾਲ ਉਸਨੇ ਬਦਜ਼ੁਬਾਨੀ ਕੀਤੀ। ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪਰਾਧਿਕ ਮਾਮਲਿਆਂ ਵਾਲੇ ਵਿਧਾਇਕਾਂ, ਸੰਸਦਾਂ ਅਤੇ ਲੀਡਰਾਂ ਦੀ ਸੂਚੀ ਮੰਗੀ ਗਈ ਹੈ। ਉਸ ਤੋਂ ਬਾਅਦ BBC ਨੇ ਇੱਕ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਤੋਂ ਲੈ ਕੇ ਸੁਖਬੀਰ ਬਾਦਲ ਤੱਕ ਕਿੰਨੇ ਲੀਡਰਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। 96 ਕੁੱਲ ਗਿਣਤੀ 96 ਹੈ, ਜਿਨ੍ਹਾਂ ਦੇ ਵਿੱਚ ਸਾਬਕਾ ਵਿਧਾਇਕ ਨੇ, ਮੌਜੂਦਾ ਵਿਧਾਇਕ ਨੇ, ਸੰਸਦ ਮੈਂਬਰ ਵੀ ਹੈਗੇ ਨੇ ਤੇ ਇਹਨਾਂ ਸਾਰਿਆਂ ਦੀ ਸੂਚੀ ਹੈ ਜਿਹੜੀ ਉਹ ਹੁਣ ਨਸ਼ਰ ਕੀਤੀ ਹੈ। ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟਾਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਹੈ। ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਪੂਰੇ ਦੇਸ਼ ਵਿੱਚ ਇੱਕੋ ਇੱਕ MP ਨੇ, ਭਗਵੰਤ ਮਾਨ, ਉਹਨਾਂ ਦਾ ਨਾਮ ਵੀ ਸ਼ਾਮਿਲ ਹੈ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਹਨਾਂ ਦਾ ਨਾਮ ਵੀ ਸ਼ਾਮਿਲ ਹੈ। ਰਵਨੀਤ ਬਿੱਟੂ, ਸੁਖਪਾਲ ਖਹਿਰਾ, ਸੁੱਚਾ ਸਿੰਘ ਲੰਗਾ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮਜੀਤ ਸਿੰਘ ਮਜੀਠੀਆ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਬਹੁਤ ਸਾਰੇ ਲੀਡਰਾਂ ਦੇ ਨਾਮ ਨੇ ਜਿਹੜੇ ਉਹ ਸ਼ਾਮਿਲ ਨੇ। ਇਹਨਾਂ ਵਿੱਚੋਂ ਕਈ ਲੀਡਰਾਂ ਦੇ ਖਿਲਾਫ ਤਾਂ ਗੰਭੀਰ ਮਾਮਲੇ ਵੀ ਦਰਜ ਨੇ, ਜਿਹੜੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਨੇ। ਪੰਜਾਬ ਪੁਲਿਸ ਵੱਲੋਂ ਇੱਕ ਕੇਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਹੁਣ ਦੇ ਦਿੱਤੀ ਗਈ ਹੈ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਸਭ ਤੋਂ ਵੱਧ ਮਾਮਲੇ ਦਰਜ ਨੇ, ਗਿਣਤੀ ਹੈ 15 ਵਿੱਚੋਂ 7 ਤਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਦਰਜ ਨੇ। ਇੱਕ ਮਾਮਲਾ 2019 ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਦਰਜ ਕੀਤਾ ਗਿਆ ਸੀ। ਸਿਮਰਜੀਤ ਸਿੰਘ ਬੈਂਸ ਦੇ ਭਰਾ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ ਵੀ 6 ਮਾਮਲੇ ਦਰਜ ਨੇ। ਸੁਖਬੀਰ ਸਿੰਘ ਬਾਦਲ ਦੇ ਖਿਲਾਫ 4 ਮਾਮਲੇ ਦਰਜ ਨੇ। 2017 ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ਉਸ ਤੋਂ ਬਾਅਦ ਹੀ ਸਾਰੇ ਮਾਮਲੇ ਦਰਜ ਹੋਏ ਨੇ ਸੁਖਬੀਰ ਬਾਦਲ ਦੇ ਖਿਲਾਫ। ਆਮ ਆਦਮੀ ਪਾਰਟੀ ਦੀ ਟਿਕਟ ਤੇ 2017 ਦੇ ਵਿੱਚ 20 ਵਿਧਾਇਕ ਚੋਣ ਜਿੱਤੇ ਸੀ ਤੇ ਇਹਨਾਂ ਵਿੱਚੋਂ 12 ਵਿਧਾਇਕਾਂ ਦੇ ਖਿਲਾਫ ਕੇਸ ਦਰਜ ਨੇ, ਅਪਰਾਧਿਕ ਕੇਸ। ਇਹਨਾਂ ਵਿੱਚੋਂ 11 ਤਾਂ ਪਹਿਲੀ ਵਾਰੀ ਵਿਧਾਇਕ ਬਣੇ ਨੇ। 2016 ਦੇ ਵਿੱਚ ਪੰਜਾਬ ਪੁਲਿਸ ਨੇ ਭਗਵੰਤ ਮਾਨ ਖਿਲਾਫ ਕੇਸ ਦਰਜ ਕੀਤਾ ਸੀ। ਇਲਜ਼ਾਮ ਲਾਇਆ ਗਿਆ ਸੀ ਕਿ ਭਗਵੰਤ ਮਾਨ ਨੇ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਦੀ ਰੈਲੀ ਵਿੱਚ ਪੱਤਰਕਾਰਾਂ ਦੇ ਨਾਲ ਬਦਸਲੂਕੀ ਕੀਤੀ ਸੀ। ਪੱਤਰਕਾਰਾਂ ਨੇ ਇਲਜ਼ਾਮ ਲਾਇਆ ਸੀ ਕਿ ਭਗਵੰਤ ਮਾਨ ਰੈਲੀ ਦੇ ਲਈ 4 ਘੰਟਿਆਂ ਦੀ ਦੇਰੀ ਦੇ ਨਾਲ ਪਹੁੰਚੇ ਸੀ। ਸ਼ਿਕਾਇਤ ਵਿੱਚ ਲਿਖਿਆ ਗਿਆ ਕਿ ਉਹਨਾਂ ਨੇ ਕਥਿਤ ਤੌਰ ਤੇ ਆਪ ਵਲੰਟੀਅਰਾਂ ਨੂੰ ਉੱਥੇ ਮੌਜੂਦ ਮੀਡੀਆ ਵਾਲਿਆਂ ਦੇ ਖਿਲਾਫ ਭੜਕਾਇਆ, ਹੱਥੋਂ-ਪਾਈ ਕੀਤੀ ਅਤੇ ਇੱਕ ਮੀਡੀਆ ਕਰਮੀ ਦੇ ਕੈਮਰੇ ਨੂੰ ਨੁਕਸਾਨ ਵੀ ਪਹੁੰਚਾਇਆ। ਮਾਨ ਨੇ ਸ਼ਿਕਾਇਤ ਦੇ ਮੁਤਾਬਿਕ ਪੇਡ ਮੀਡੀਆ ਸ਼ਬਦ ਵੀ ਵਰਤਿਆ, ਪੱਤਰਕਾਰਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ। ਕਾਂਗਰਸੀ ਲੀਡਰ ਵੀ ਸ਼ਾਮਿਲ ਨੇ, ਚਰਨਜੀਤ ਚੰਨੀ, ਰਵਨੀਤ ਬਿੱਟੂ ਦੇ ਖਿਲਾਫ 2 ਕੇਸ ਦਰਜ ਨੇ ਤੇ ਕੁੱਲ ਮਿਲਾ ਕੇ ਜਿਹੜੇ ਹੈਗੇ ਨੇ 96 ਵਿਧਾਇਕਾਂ, ਸਾਂਸਦਾਂ, ਜਿਨ੍ਹਾਂ ਵਿੱਚ ਸਾਬਕਾ ਵੀ ਨੇ, ਮੌਜੂਦਾ ਵੀ ਨੇ, ਇਹਨਾਂ ਦੇ ਖਿਲਾਫ ਕੇਸ ਦਰਜ ਨੇ। ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੂੰਦੜ, ਧਰਮਵੀਰ ਗਾਂਧੀ, ਡਾਕਟਰ ਧਰਮਵੀਰ ਗਾਂਧੀ, ਇਹਨਾਂ ਦੇ ਖਿਲਾਫ ਵੀ ਪਰਚੇ ਦਰਜ ਨੇ। ਪੰਜਾਬ ਦੇ ਵਿੱਚ ਪਿਛਲੇ 2-3 ਦਿਨ ਲਗਾਤਾਰ ਸ਼ਨੀਵਾਰ ਤੋਂ ਲੈ ਕੇ ਜਿਹੜੀ ਮੀਂਹ, ਹਨੇਰੀ, ਝੱਖੜ, ਤੇਜ਼ ਤੂਫਾਨ ਆਇਆ, ਉਸ ਦੇ ਕਾਰਨ ਬਿਜਲੀ ਬੋਰਡ ਨੂੰ 9 ਕਰੋੜ ਦਾ ਨੁਕਸਾਨ ਹੋਇਆ ਹੈ। ਕਈ ਥਾਵਾਂ ਤੇ ਤੇਜ਼ ਹਨੇਰੀ ਨੇ ਰੁੱਖ ਤੇ ਖੰਭੇ ਬਿਜਲੀ ਦੇ ਪੁੱਟ ਕੇ ਸੁੱਟ ਦਿੱਤੇ ਸੀ ਤੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਵੀ ਗੁੱਲ ਰਹੀ ਕਈ ਘੰਟਿਆਂ ਤੱਕ। ਇਸ ਤੂਫਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਝੋਨੇ ਦੀ ਬਿਜਾਈ ਤੋਂ ਪਹਿਲਾਂ ਭਾਰੀ ਨੁਕਸਾਨ ਪਹੁੰਚਾਇਆ। PSPCL ਨੂੰ 9 ਕਰੋੜ ਰੁਪਏ ਦਾ ਨੁਕਸਾਨ ਹੋਇਆ। PSPCL ਦੇ ਕਾਫੀ ਜਿਹੜੇ ਉਪਕਰਨ ਨੇ ਉਹ ਵੀ ਨੁਕਸਾਨੇ ਗਏ ਨੇ। ਭਵਾਨੀਗੜ੍ਹ ਤੋਂ ਖਬਰ ਹੈ, ਜਿੱਥੇ ਪਿੰਡ ਸਕਰੌਦੀ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਕਰੋਨਾ ਪੋਜ਼ਿਟਿਵ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਸ਼ਾਮਿਲ ਕਿਸਾਨ ਲੀਡਰ ਕਰਮਜੀਤ ਸਿੰਘ ਗਰੇਵਾਲ ਦੇ ਭੋਗ ਦੌਰਾਨ ਦੇਗ ਵਰਤਾਈ। ਪਤਾ ਲੱਗਣ ਤੋਂ ਬਾਅਦ ਹੁਣ ਸਿਹਤ ਵਿਭਾਗ ਨੂੰ ਭਾਜਣਾ ਪੈ ਗਈਆਂ ਨੇ, ਕਿਉਂਕਿ ਮੰਤਰੀ, ਸੰਤਰੀ ਤੇ ਆਮ ਲੋਕ ਵੀ ਇਸ ਭੋਗ ਦੇ ਵਿੱਚ ਪਹੁੰਚੇ ਹੋਏ ਸੀ ਤੇ ਗ੍ਰੰਥੀ ਜੁਗਰਾਜ ਸਿੰਘ ਦੇ ਵੱਲੋਂ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਗਿਆ, ਕਿਉਂਕਿ ਕਰੋਨਾ ਟੈਸਟ 2 ਦਿਨ ਪਹਿਲਾਂ ਕਰਵਾਇਆ ਸੀ। 1 ਜੂਨ ਦੀ ਸ਼ਾਮ ਨੂੰ ਰਿਪੋਰਟ ਦੇ ਵਿੱਚ ਪੋਜ਼ਿਟਿਵ ਆਇਆ ਤੇ 1 ਜੂਨ ਦੀ ਸਵੇਰ ਨੂੰ ਦਿਨ ਵੇਲੇ ਭੋਗ ਪਾਇਆ ਗਿਆ ਸੀ ਤੇ ਉਸ ਭੋਗ ਦੇ ਵਿੱਚ ਦੇਗ ਵਰਤਾਈ ਸੀ। ਬਠਿੰਡਾ ਡੱਬਾ ਵਾਲੀ ਰੋਡ ਤੇ ਲੰਗੀ ਰਾਤ ਹਾਦਸੇ ਵਿੱਚ ਕਾਰ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਪਥਰਾਲਾ ਚੌਂਕੀ ਦੇ ਇੰਚਾਰਜ ASI ਮੇਜਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਬਠਿੰਡਾ ਡੱਬਾ ਵਾਲੀ ਸੜਕ
ਤੇ ਪਿੰਡ ਪਥਰਾਲਾ ਨੇੜੇ ਕਾਰ ਅਤੇ ਅਣਪਛਾਤੇ ਵਾਹਨ ਦੀ ਟੱਕਰ ਵਿੱਚ ਕਾਰ ਸਵਾਰ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਅਮਨਦੀਪ ਸਿੰਘ ਆਪਣਾ ਮਕਾਨ ਬਣਾ ਰਿਹਾ ਸੀ, ਜਿਸ ਕਰਕੇ ਮਿਸਤਰੀ ਚਾਨਣ ਸਿੰਘ ਅਤੇ ਜਗਜੀਤ ਸਿੰਘ ਉਸਦੇ ਘਰ ਹੀ ਕੰਮ ਕਰਦੇ ਸੀ। ਰਾਤ ਨੂੰ ਕੰਮ ਕਰਨ ਤੋਂ ਬਾਅਦ ਪਿੰਡ ਡੂਮ ਵਾਲੀ ਕਿਸੇ ਢਾਬੇ ਤੇ ਰੋਟੀ ਖਾਣ ਚਲੇ ਗਏ। ਢਾਬੇ ਤੋਂ ਵਾਪਸ ਆਉਂਦਿਆਂ ਪਿੰਡ ਪਥਰਾਲਾ ਨੇੜੇ ਮਰੂਤੀ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਹਾਦਸੇ ਵਿੱਚ 24 ਸਾਲ 22 ਸਾਲ ਤੇ 28 ਸਾਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ ਤੇ ਇਸ ਕਹਿਰ ਦੀਆਂ ਮੌਤਾਂ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ। ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਾਲਾਂਕਿ ਕਿਸਾਨਾਂ ਦੇ ਲਈ ਕੁਝ ਖਾਸ ਤੇ ਵੱਡਾ ਤਾਂ ਨਹੀਂ ਕਰ ਪਾਉਂਦੀ, ਪਰ ਆਪਣੀਆਂ ਕਾਢਾਂ ਕਰਕੇ ਕਈ ਵਾਰੀ ਜ਼ਰੂਰ ਉਸ ਦੀ ਚਰਚਾ ਹੁੰਦੀ ਹੈ। ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਵੱਲੋਂ ਖਾਸ ਤੌਰ ਤੇ ਹੁਣ ਕਿਸਾਨਾਂ ਦੇ ਲਈ ਇੱਕ ਲੁੱਡੋ ਤਿਆਰ ਕੀਤੀ ਗਈ ਹੈ। ਲੁੱਡੋ ਦੇ ਅੰਦਰ ਸਬਸਿਡੀ ਦੀ ਗੇਮ ਹੈ। ਇਸ ਨਾਲ ਕਿਸਾਨਾਂ ਨੂੰ ਖੇਤੀ ਵਿੱਚ ਕਹਿੰਦੇ ਕਾਫੀ ਮਦਦ ਮਿਲੇਗੀ। ਝੋਨੇ ਤੇ ਨਰਮੇ ਦੇ ਸੀਜ਼ਨ ਨੂੰ ਵੇਖਦਿਆਂ ਇਸ ਗੇਮ ਨੂੰ ਤਿਆਰ ਕੀਤਾ ਗਿਆ ਹੈ। ਲੁੱਡੋ ਦੀ ਮੰਗ ਹੁਣ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਹੀ ਹੋਣ ਲੱਗੀ ਹੈ, ਇਹ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ। ਗੁਆਂਢੀ ਮੁਲਕ ਬੰਗਲਾਦੇਸ਼, ਨੇਪਾਲ ਆਦਿ ਤੋਂ PAU ਨੂੰ ਇਸ ਨੂੰ ਹਿੰਦੀ ਵਿੱਚ ਕਨਵਰਟ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਗੇਮ ਦੇ ਰਾਹੀਂ ਕਿਸਾਨ ਨਰਮੇ ਤੇ ਝੋਨੇ ਦੀ ਫਸਲ ਵਿੱਚ ਹੋਣ ਵਾਲੇ ਫਾਇਦੇ ਤੇ ਨੁਕਸਾਨ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ। ਸੋ ਇਹ ਇਸ ਲੁੱਡੋ ਗੇਮ ਦੇ ਵਿੱਚ ਦੱਸਿਆ ਗਿਆ ਹੈ। ਸਰਲ ਭਾਸ਼ਾ ਦੇ ਵਿੱਚ ਇਸ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਸੰਚਾਰ ਵਿਭਾਗ ਦੇ ਪ੍ਰੋਫੈਸਰ ਡਾਕਟਰ ਅਨਿਲ ਸ਼ਰਮਾ ਨੇ ਦੱਸਿਆ ਕਿ ਇੱਕ ਤਰ੍ਹਾਂ ਦਾ ਖੇਤੀ ਵਿਗਿਆਨ ਹੈ। ਸਾਡੀ ਆਉਣ ਵਾਲੀ ਪੀੜ੍ਹੀ ਵੀ ਖੇਤੀ ਨੂੰ ਮਨੋਰੰਜਕ ਤਰੀਕੇ ਦੇ ਨਾਲ ਸਿੱਖ ਸਕੇਗੀ। ਇਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੀਆਂ ਗਈਆਂ ਹਦਾਇਤਾਂ ਦੇ ਮੁਤਾਬਿਕ ਜੇ ਕਿਸਾਨ ਚੱਲਣਗੇ, ਪੌੜੀਆਂ ਚੜ੍ਹਨਗੇ, ਜੇ ਨਹੀਂ ਚੱਲਣਗੇ ਤਾਂ ਉਹਨਾਂ ਨੂੰ ਸੱਪ ਡਸ ਲਵੇਗਾ ਤੇ ਵਿਕਾਸ ਕਰਨ ਦੀ ਥਾਂ ਉਹ ਹੇਠਾਂ ਡਿੱਗ ਜਾਣਗੇ। ਕੇਂਦਰ ਸਰਕਾਰ ਨੇ ਨਵਾਂ ਤੇ ਵੱਡਾ ਹੁਕਮ ਚਾੜ ਦਿੱਤਾ ਹੈ ਕਿ ਹੁਣ ਸੇਵਾ ਮੁਕਤ ਖੁਫੀਆ ਤੇ ਸੁਰੱਖਿਆ ਅਧਿਕਾਰੀ ਆਪਣੀਆਂ ਕਿਤਾਬਾਂ ਨਹੀਂ ਛਪਵਾ ਸਕਣਗੇ। ਯਾਨੀ ਕਿ ਆਪਣੀ ਡਿਊਟੀ ਦੌਰਾਨ ਜੋ ਕੁਝ ਉਹਨਾਂ ਨੇ ਤਜਰਬੇ ਕੀਤੇ ਸੀ ਉਹ ਸਾਂਝੇ ਨਹੀਂ ਕਰ ਸਕਣਗੇ। ਕੇਂਦਰੀ ਸਰਕਾਰ ਨੇ ਖੁਫੀਆ ਤੇ ਸੁਰੱਖਿਆ ਦੇ ਨਾਲ ਜੁੜੀਆਂ ਜਥੇਬੰਦੀਆਂ ਦੇ ਵਿੱਚ, ਸੰਸਥਾਵਾਂ ਦੇ ਵਿੱਚ ਕੰਮ ਕਰਨ ਵਾਲੇ ਸੇਵਾ ਮੁਕਤ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਪ੍ਰਕਾਸ਼ਿਤ ਕਰਨ ਤੋਂ ਰੋਕਣ ਲਈ ਆਪਣੇ ਨਿਯਮਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਤੇ ਇਹਨਾਂ ਨਿਯਮਾਂ ਦੇ ਵਿੱਚ ਸ਼ਰਤ ਸ਼ਾਮਿਲ ਹੈ ਕਿ ਅਧਿਕਾਰੀ ਸੰਸਥਾ ਦੇ ਕਾਰਜ ਖੇਤਰ ਜਾਂ ਕਿਸੇ ਕਰਮੀ ਸੰਬੰਧੀ ਕੋਈ ਸਮੱਗਰੀ ਸਾਂਝੀ ਨਹੀਂ ਕਰ ਸਕਦੇ, ਕਿਤਾਬਾਂ ਨਹੀਂ ਛਾਪ ਸਕਦੇ, ਕੋਈ ਆਰਟੀਕਲ ਨਹੀਂ ਲਿਖ ਸਕਦੇ। ਸੇਵਾ ਮੁਕਤ ਅਧਿਕਾਰੀਆਂ ਨੂੰ ਅਜਿਹਾ ਕੁਝ ਛਾਪਣ ਦੇ ਲਈ ਆਪਣੀ ਸੰਸਥਾ ਦੇ ਮੁਖੀ ਤੋਂ ਆਗਿਆ ਲੈਣੀ ਪਵੇਗੀ। ਪਹਿਲਾਂ 2007 ਦੇ ਨਿਯਮਾਂ ਮੁਤਾਬਿਕ ਵਿਭਾਗ ਦੇ ਮੁਖੀ ਤੋਂ ਇਜਾਜ਼ਤ ਲੈਣੀ ਪੈਂਦੀ ਸੀ, ਹੁਣ ਸੰਸਥਾ ਦੇ ਮੁਖੀ ਤੋਂ ਆਗਿਆ ਲੈਣੀ ਪਵੇਗੀ ਤੇ ਹੁਕਮ ਇੰਨੇ ਸਖਤ ਤਰੀਕੇ ਨਾਲ ਚਾੜਿਆ ਗਿਆ ਕਿ ਜੇ ਉਹ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਹਨਾਂ ਦੀ ਪੈਨਸ਼ਨ ਰੋਕ ਦਿੱਤੀ ਜਾਏਗੀ ਜਾਂ ਫਿਰ ਵਾਪਸ ਲੈ ਲਈ ਜਾਏਗੀ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਕਹਿਰ ਦਰਮਿਆਨ 594 ਡਾਕਟਰਾਂ ਦੀ ਮੌਤ ਹੋਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਦੇ 3 ਡਾਕਟਰ ਵੀ ਇਸ ਦੂਸਰੀ ਲਹਿਰ ਦਾ ਹੁਣ ਤੱਕ ਸ਼ਿਕਾਰ ਬਣੇ ਨੇ। ਸਭ ਤੋਂ ਵੱਧ ਮੌਤਾਂ ਰਾਜਧਾਨੀ ਦਿੱਲੀ ਦੇ ਵਿੱਚ ਹੋਈਆਂ ਨੇ। 107 ਡਾਕਟਰਾਂ ਨੇ ਇੱਥੇ ਲੋਕਾਂ ਦੀ, ਮਰੀਜ਼ਾਂ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗਵਾ ਦਿੱਤੀ ਹੈ। ਦੂਸਰੇ ਥਾਂ ਤੇ ਮੌਤਾਂ ਦੀ ਗਿਣਤੀ ਬਿਹਾਰ ਦੇ ਵਿੱਚ ਹੈ ਵੱਧ, ਜਿੱਥੇ 96 ਡਾਕਟਰਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਵੀ 67 ਡਾਕਟਰਾਂ ਦੀ ਜਾਨ ਚਲੀ ਗਈ ਹੈ। ਕੋਰੋਨਾ ਵਾਇਰਸ ਦੇ ਨਾਲ ਦਿੱਲੀ, ਪੰਜਾਬ ਤੇ ਉੱਤਰਾਖੰਡ ਦੇ ਵਿੱਚ ਵੱਧ ਮੌਤਾਂ ਹੋਈਆਂ ਨੇ ਦੂਸਰੀ ਲਹਿਰ ਦੇ ਵਿੱਚ ਤੇ ਪੰਜਾਬੀਆਂ ਦੇ ਲਈ ਰਾਹਤ ਦੀ ਖਬਰ ਹੈ ਕਿ ਮਹੀਨੇ ਬਾਅਦ ਕੋਰੋਨਾ ਦੇ ਨਾਲ 100 ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਨੇ। ਰਜਿੰਦਰਾ ਹਸਪਤਾਲ ਪਟਿਆਲਾ ਤੋਂ ਵੀ ਸਾਨੂੰ ਰਾਹਤ ਭਰੀ ਖਬਰ ਮਿਲੀ ਸੀ 1 ਜੂਨ ਨੂੰ, ਜਦੋਂ ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਪਹਿਲੀ ਵਾਰੀ ਹੈ ਕਿ ਉਹ ਕਿਸੇ ਦੀ ਮੌਤ ਨਹੀਂ ਦੇਖ ਕੇ ਆਏ ਨੇ ਤਾਂ ਰੋਜ਼ਾਨਾ ਉਹ ਡੈੱਡ ਬੋਡੀਜ਼ ਹੀ ਦੇਖ ਕੇ ਆਉਂਦੇ ਸੀ। ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਹੁਕਮ ਦੇ ਦਿੱਤਾ ਹੈ ਕਿ ਕੋਵਿਡ-19 ਟੀਕਾਕਰਨ ਨੀਤੀ ਦੇ ਉੱਤੇ ਆਪਣੀ ਸੋਚ ਦਰਸਾਉਣ ਵਾਲੇ ਦਸਤਾਵੇਜ਼ ਤੇ ਫਾਈਲ ਨੋਟਿੰਗ ਰਿਕਾਰਡ ਤੇ ਰੱਖੇ। ਸਰਵਉੱਚ ਅਦਾਲਤ ਨੇ ਕਿਹਾ ਕਿ ਕੋਵਿਡ-19 ਦੇ ਸਾਰੇ ਟੀਕਿਆਂ ਦੀ ਖਰੀਦ ਦਾ ਵੇਰਵਾ ਦਿੰਦੇ ਹੋਏ ਮੋਦੀ ਸਰਕਾਰ ਪੂਰੇ ਅੰਕੜੇ ਪੇਸ਼ ਕਰੇ। यानी कि सुप्रीम कोर्ट ने कहा कि मोदी सरकार टीकाकरण नूं लैके अपनी नीयत अते नीति नूं दर्शाउण वाला रिकॉर्ड साडे सामने जल्द पेश करे। काली फंगस की गल कर लईए तो दिल्ली हाई कोर्ट ने काली फंगस की दवाई की कमी ते सुनवाई दौरान कहा कि बजुर्गों की बजाय सानू नौजवानों नूं बचाउणा होवेगा। हालांकि एक करूर है। दिल्ली हाई कोर्ट ने केंद्र सरकार की कोरोना ते ड्रग मैनेजमेंट नूं लैके एक अपील ते सुनवाई करदिआं ये टिप्पणी की। काली फंगस के इलाज दे विच एक दवाई है जिहड़ी ओह वरती जाती है जिसका नाम है एम्फोटेरिसिन बी। उस दवाई की कमी है। दिल्ली दे विच केस वध रहे ने, इस करके हाई कोर्ट ने टिप्पणी की है कि बजुर्गों तो पहला असीं नौजवानों नूं बचाइए, इस ते सानू ध्यान देना पवेगा। उन्होंने कहा कि हालांकि यह बहुत ही क्रूरता भरिया है
ਪਰ ਨੌਜਵਾਨ ਇਸ ਦੇਸ਼ ਦਾ ਭਵਿੱਖ ਨੇ, ਇਸ ਕਰਕੇ ਉਹਨਾਂ ਨੂੰ ਪਹਿਲਾਂ ਬਚਾਉਣਾ ਜ਼ਰੂਰੀ ਹੈ। WHO ਨੇ ਕਿਹਾ ਕਿ ਭਾਰਤ ਦੇ ਵਿੱਚ ਮਿਲੇ ਕੋਵਿਡ ਵੇਰੀਐਂਟ ਦੇ ਹੁਣ ਸਿਰਫ ਇੱਕ ਸਟ੍ਰੇਨ ਨੂੰ ਲੈ ਕੇ ਹੀ ਚਿੰਤਾ ਜਤਾਈ ਜਾ ਰਹੀ ਹੈ। 2 ਸਟ੍ਰੇਨ ਨੇ ਜਿਹੜੇ ਉਹਨਾਂ ਦਾ ਖਤਰਾ ਹੁਣ ਖਤਮ ਹੋ ਚੁੱਕਿਆ। ਸਿਰਫ ਇੱਕ ਸਟ੍ਰੇਨ ਹੈ B1617। ਇਹ ਵੇਰੀਐਂਟ ਹੀ ਸਭ ਤੋਂ ਵੱਧ ਜ਼ਿੰਮੇਦਾਰ ਸੀ ਦੂਸਰੀ ਲਹਿਰ ਦੇ ਲਈ ਤੇ ਇਸ ਨੂੰ ਲੈ ਕੇ ਹੀ ਹੁਣ ਥੋੜੀ ਚਿੰਤਾ ਬਾਕੀ ਰਹਿ ਗਈ ਹੈ। ਬਾਕੀ 2 ਜਿਹੜੇ ਸਟ੍ਰੇਨ ਸੀਗੇ ਉਹਨਾਂ ਨੂੰ ਲੈ ਕੇ ਚਿੰਤਾ ਜਿਹੜੀ ਇੰਨੀ ਕਰਨ ਦੀ ਲੋੜ ਨਹੀਂ ਹੈ। ਕੇਂਦਰੀ ਮੰਤਰੀ ਮੰਡਲ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਮਾਡਲ ਕਿਰਾਏਦਾਰੀ ਐਕਟ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮਾਡਲ ਕਿਰਾਏਦਾਰੀ ਐਕਟ ਦਾ ਖਰੜਾ ਹੁਣ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ ਜਾਵੇਗਾ। ਇਸ ਨੂੰ ਨਵਾਂ ਕਾਨੂੰਨ ਬਣਾ ਕੇ ਜਾਂ ਮੌਜੂਦਾ ਕਿਰਾਏਦਾਰ ਕਾਨੂੰਨ ਦੇ ਵਿੱਚ ਸੋਧ ਕਰਕੇ ਲਾਗੂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਦੇ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰੀ ਬਿਆਨ ਦੇ ਮੁਤਾਬਿਕ ਇਸ ਦੇ ਨਾਲ ਹੁਣ ਦੇਸ਼ ਦੇ ਵਿੱਚ ਕਿਰਾਏ ਲਈ ਜਿਹੜੇ ਘਰ ਹੋਣਗੇ, ਜਿਹੜੀਆਂ ਰਿਹਾਇਸ਼ਾਂ ਹੋਣਗੀਆਂ, ਉਹਨਾਂ ਦੇ ਬਾਰੇ ਕਾਨੂੰਨੀ ਢਾਂਚੇ ਦਾ ਕਾਇਆ ਪਲਟ ਕਰਨ ਦੇ ਵਿੱਚ ਮਦਦ ਮਿਲੇਗੀ। ਯਾਨੀ ਕਿ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੇ ਲਈ ਕੋਈ ਨਵਾਂ ਪ੍ਰਸਤਾਵ ਹੈ ਜਿਹੜਾ ਉਹ ਆ ਰਿਹਾ ਹੈ। ਕਿਸਾਨਾਂ ਦੇ ਮੋਰਚਿਆਂ ਤੋਂ ਖਬਰ ਹੈ, ਜਿੱਥੇ ਮੀਂਹ, ਤੂਫਾਨ, ਝੱਖੜ ਨੇ ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਗੱਡੇ, ਟੈਂਟ ਬੁਰੀ ਤਰ੍ਹਾਂ ਦੇ ਨਾਲ ਉਖਾੜ ਦਿੱਤੇ ਸੀ। ਕਿਸਾਨਾਂ ਨੇ ਮਦਦ ਲਈ ਵੀ ਅਪੀਲ ਕੀਤੀ ਸੀ। ਇਸ ਦਰਮਿਆਨ ਕਿਸਾਨਾਂ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਮੀਂਹ ਤੇ ਤੂਫਾਨ ਤੋਂ ਬਾਅਦ ਦੁਬਾਰਾ ਤੰਬੂ ਤੇ ਟੈਂਟ ਕਿਸਾਨਾਂ ਨੇ ਆਪ ਹੀ ਤਿਆਰ ਕਰ ਲਏ ਨੇ ਅਤੇ ਜਿਹੜੇ ਲੋਕਾਂ ਨੇ ਵੀ ਇਸ ਵਿੱਚ ਮਦਦ ਕੀਤੀ ਹੈ ਉਹਨਾਂ ਦਾ ਵੀ ਕਿਸਾਨਾਂ ਨੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਜਿਹੜੀ ਟੋਹਾਣਾ ਦੀ ਹੁਣੇ ਖਬਰ ਅਸੀਂ ਤੁਹਾਨੂੰ ਸੁਣਾਈ ਹੈ, ਟੋਹਾਣਾ ਦੇ ਵਿੱਚ ਕਿਸਾਨਾਂ ਅਤੇ ਜੇਜੇਪੀ ਦੇ ਵਿਧਾਇਕ ਦਵਿੰਦਰ ਬੱਬਲੀ ਦੇ ਵਿਚਾਲੇ ਜਿਹੜਾ ਟਕਰਾਅ ਬਣਿਆ ਹੋਇਆ, ਉਸ ਦੇ ਵਿੱਚ ਕਿਸਾਨਾਂ ਨੇ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਕਿ 7 ਜੂਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰੇ 1 ਵਜੇ ਤੱਕ ਹਰਿਆਣੇ ਦੇ ਸਾਰੇ ਥਾਣਿਆਂ ਦਾ ਘਿਰਾਓ ਕੀਤਾ ਜਾਏਗਾ। ਇਹ ਫੈਸਲਾ ਜੇਜੇਪੀ ਵਿਧਾਇਕ ਦਵਿੰਦਰ ਬੱਬਲੀ ਦੇ ਵੱਲੋਂ ਕਿਸਾਨਾਂ ਨਾਲ ਬਦਸਲੂਕੀ ਕਰਨ ਅਤੇ ਕਿਸਾਨਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਲਿਆ ਗਿਆ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਅਲਟੀਮੇਟਮ ਦੇ ਦਿੱਤਾ ਹੈ ਕਿ ਜੇ 7 ਜੂਨ ਤੋਂ ਪਹਿਲਾਂ ਸਾਰੇ ਕੇਸ ਕਿਸਾਨਾਂ ਦੇ ਖਿਲਾਫ ਜਿਹੜੇ ਦਰਜ ਕੀਤੇ ਨੇ ਉਹ ਵਾਪਸ ਨਹੀਂ ਲਏ ਜਾਂਦੇ ਤੇ ਵਿਧਾਇਕ ਬੱਬਲੀ ਮਾਫੀ ਨਹੀਂ ਮੰਗਦੇ ਤਾਂ 11 ਤੇ 12 ਜੂਨ ਨੂੰ ਟੋਹਾਣਾ ਦੇ ਵਿੱਚ ਅਸੀਂ ਮੁੜ ਪ੍ਰਦਰਸ਼ਨ ਕਰਾਂਗੇ। 7 ਜੂਨ ਦਾ ਜਿਹੜਾ ਪ੍ਰਦਰਸ਼ਨ ਹੈ ਥਾਣਿਆਂ ਦੇ ਘਿਰਾਓ ਕਰਨ ਦਾ, ਉਹ ਤਾਂ ਹੋਵੇਗਾ ਹੀ ਹੋਵੇਗਾ। ਕਿਸਾਨ ਲੀਡਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਮੀਡੀਆ ਅਦਾਰੇ ਨੇ ਟਵਿੱਟਰ ਅਕਾਊਂਟ ਹੈ ਟਰੈਕਟਰ ਟੂ ਟਵਿੱਟਰ, ਉਸ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ, ਜਿਸ ਨੇ ਕਿਸਾਨਾਂ ਦੇ ਅੰਦੋਲਨ ਤੇ ਕਿਸਾਨਾਂ ਦੀ ਆਵਾਜ਼ ਨੂੰ ਲੋਕਾਂ ਦੇ ਮੂਹਰੇ ਵੱਡੇ ਤਰੀਕੇ ਨਾਲ ਪਹੁੰਚਾਉਣ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ, ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਕਹਿੰਦੇ ਇਹ ਅਕਾਊਂਟ ਤੱਥਾਂ ਦੇ ਆਧਾਰ ਤੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ ਤੇ ਇਸ ਤਰ੍ਹਾਂ ਮੀਡੀਆ ਅਦਾਰਿਆਂ ਦੇ ਵੱਲੋਂ ਹੀ ਸਾਡੀ ਹਮਾਇਤ ਕਰਦੇ ਜਿਹੜੇ ਅਕਾਊਂਟ ਨੇ ਉਹਨਾਂ ਨੂੰ ਮਾਣਹਾਨੀ ਦੇ ਨੋਟਿਸ ਭੇਜਣੇ ਇਹ ਕਿਸਾਨਾਂ ਦੀ ਆਵਾਜ਼ ਦਬਾਉਣ ਦੇ ਬਰਾਬਰ ਹੈ। ਸੰਯੁਕਤ ਕਿਸਾਨ ਮੋਰਚਾ ਇਸ ਦੀ ਨਿਖੇਧੀ ਕਰਦਾ ਹੈ। ਇਸ ਅਕਾਊਂਟ ਨਾਲ ਸੰਬੰਧਿਤ ਨੌਜਵਾਨ ਸਾਰੀ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੋਣਗੇ ਤੇ ਆਪਣਾ ਪੱਖ ਪੇਸ਼ ਕਰਨਗੇ। ਕਿਸਾਨ ਲੀਡਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ 2 ਜੂਨ ਨੂੰ ਪੰਜਾਬ ਤੋਂ 5 ਵੱਡੇ ਕਾਫਲੇ ਸਿੰਘੂ ਮੋਰਚੇ ਤੇ ਪਹੁੰਚੇ ਨੇ। ਦਾ ਸਵਾਗਤ ਕਰਨਦਿਆਂ ਕਿਸਾਨ ਲੀਡਰਾਂ ਨੇ ਇਹਨਾਂ ਮੋਰਚਿਆਂ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਹੈ ਤੇ ਕਿਸਾਨ ਹੁਣ ਲੰਬੇ ਸੰਘਰਸ਼ ਦੀ ਤਿਆਰੀ ਵਿੱਚ ਨੇ। ਇਹ ਐਲਾਨ ਕੀਤਾ ਹੈ ਕਿਸਾਨ ਲੀਡਰਾਂ ਨੇ ਮੁੜ ਤੋਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ, ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।